ਅਸੀਂ ਚਾਹੁੰਦੇ ਹਾਂ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਸ਼ਸਤਰਧਾਰੀ ਹੋ ਕੇ ਖਾਲਸਾ ਪੰਥ ਦੀ ਸੇਵਾ ਕਰੇ, ਆਪਣੀ ਸਾਰੀ ਸਰੀਰਕ ਤੇ ਰੂਹਾਨੀ ਸ਼ਕਤੀ ਨੂੰ ਦਿੱਲੀ ਦਰਬਾਰ ਵਿਰੋਧ ਕੇਂਦਰਿਤ ਕਰਕੇ ਆਪਣੀ ਰਾਜਸੀ ਚੇਤਨਾ ਨੂੰ ਇੱਕ ਬੁਲੰਦੀ ਤੇ ਪਹੁੰਚਾ ਕੇ ਸਾਰਾ ਸੰਸਾਰ ਖਾਲਸਾ ਪੰਥ ਅਤੇ ਅਕਾਲ ਤਖਤ ਤੋਂ ਅਗਵਾਈ ਲੈਣ ਲਈ ਬੇਬਲ ਅਤੇ ਉਤਾਵਲਾ ਹੋ। ਜੰਗੇ ਖਾਲਿਸਤਾਨ ਦੁਨੀਆ ਭਰ ਵਿੱਚ ਲੜੀਆਂ ਗਈਆਂ ਅਤੇ ਲੜੀਆਂ ਜਾ ਰਹੀਆਂ ਜੰਗਾਂ ਨਾਲੋਂ ਭਿੰਨ ਹੈ, ਕਿਉਂਕਿ ਜਿੱਥੇ ਦੂਸਰੀਆਂ ਜਦੋਜਹਿਦਾਂ ਦਾ ਆਧਾਰ ਦੁਨਿਆਵੀ ਕੀਮਤਾਂ ਹਨ, ਉੱਥੇ ਸਾਡੀ ਜੰਗ ਦਾ ਆਧਾਰ ਸੱਚ ਅਤੇ ਮਨੁੱਖਤਾ ਦੀ ਬੰਦ ਖਲਾਸੀ। ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਇਹ ਧਰਮ ਦੇ ਰਸਤੇ ਤੇ ਤੁਰਨ ਵਾਲਾ ਸੰਘਰਸ਼ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਂਦੇ ਹਾਂ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ। ਅਸੀਂ ਧਰਮ ਨੂੰ ਹਰਾ ਕੇ ਕੋਈ ਵੀ ਦੁਨਿਆਵੀ ਪਾਤਸ਼ਾਹੀ ਹਾਸਲ ਨਹੀਂ ਕਰਨਾ ਚਾਹੁੰਦੇ। ਐਸਾ ਕੋਈ ਵੀ ਖਾਲਿਸਤਾਨ ਸਿੱਖਾਂ ਲਈ ਘਾਤਕ ਹੋਵੇਗਾ ਜੋ ਧਾਰਮਿਕ ਰੰਗ ਤੋਂ ਸਖਣਾ ਹੋਵੇ ਅਤੇ ਜਿਸ ਦੀ ਪ੍ਰਾਪਤੀ ਲਈ ਧਰਮ ਨੂੰ ਵਿਸਾਰਿਆ ਗਿਆ ਹੋਵੇ। ਪਿਛਲੇ 500 ਸਾਲ ਦੇ ਤਜਰਬੇ ਨੇ ਸਿੱਖਾਂ ਨੂੰ ਮਹਿਸੂਸ ਕਰਵਾ ਦਿੱਤਾ ਹੈ ਕਿ ਧਾਰਮਿਕ ਰਹਿਣ ਲਈ, ਧਾਰਮਿਕ ਸਿੱਖਿਆਵਾਂ ਨੂੰ ਫੈਲਾਉਣ ਲਈ ਸਾਨੂੰ ਧਰਤੀ ਦੇ ਇੱਕ ਅਜਿਹੇ ਹਿੱਸੇ ਦੀ ਜ਼ਰੂਰਤ ਹੈ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। 1947 ਤੋਂ ਪਹਿਲਾਂ ਅਤੇ ਬਾਅਦ ਵਿੱਚ ਧਰਮ ਯੁੱਧ ਮੋਰਚੇ ਤੱਕ ਅਸੀਂ ਸ਼ਾਂਤਮਈ ਸੰਘਰਸ਼ ਦੀਆਂ ਉਹ ਸਿਖਰਾਂ ਛੂਹੀਆਂ ਹਨ ਜੋ ਸਮੁੱਚੀ ਮਾਨਵਤਾ ਦੀਆਂ ਕਦਰਾਂ ਕੀਮਤਾਂ ਦੇ ਇਤਿਹਾਸ ਦਾ ਸੁਨਹਿਰੀ ਅੰਗ ਹਨ। ਪਰ ਜਦੋਂ ਕੋਈ ਸੱਤਾ ਦੇ ਨਸ਼ੇ ਵਿੱਚ ਅੰਨਾ ਤੇ ਬੋਲਾ ਹੋ ਜਾਂਦਾ ਹੈ, ਉਸ ਵਕਤ ਸੰਘਰਸ਼ ਜ਼ਰੂਰੀ ਹੈ ਅਤੇ ਪਵਿੱਤਰ ਹੋ ਜਾਂਦਾ ਹੈ। ਖਾਲਸਾ ਸੰਘਰਸ਼ ਉਦੋਂ ਹੀ ਕਰਦਾ ਹੈ ਜਦੋਂ ਹੋਰ ਹੀਲੇ ਨਿਸਫਲ ਹੋ ਜਾਂਦੇ ਹਨ, ਜਿਵੇਂ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਾ। ਅੱਜ ਖਾਲਸਾ ਪੰਥ ਦੇ ਸਾਹਮਣੇ ਵਿਚਾਰ ਦਾ ਨੁਕਤਾ ਇਹ ਨਹੀਂ ਕਿ ਖਾੜਕੂ ਸੰਘਰਸ਼ ਲੜਿਆ ਜਾਏ ਜਾਂ ਸ਼ਾਂਤਮਈ। ਸਾਡੀ ਵਿਚਾਰ ਸ਼ਕਤੀ ਇਸ ਨੁਕਤੇ ਤੇ ਕੇਂਦਰਿਤ ਹੋਣੀ ਚਾਹੀਦੀ ਹੈ ਕਿ ਖਾੜਕੂ ਸੰਘਰਸ਼ ਵੱਡੇ ਅਸੂਲਾਂ ਅਤੇ ਇਲਾਹੀ ਕਦਰਾਂ ਕੀਮਤਾਂ ਅਧੀਨ ਹੀ ਲੜੇ ਜਾਣ ਅਤੇ ਤਲਵਾਰ ਦੁੱਖ ਦੇਣ ਲਈ ਨਹੀਂ, ਸਗੋਂ ਸੁੱਖ ਲਿਆਉਣ ਲਈ ਉਠਾਉਣੀ ਚਾਹੀਦੀ ਹੈ। ਜੰਗਾਂ ਅਤੇ ਸ਼ਸਤਰਾਂ ਦਾ ਸਿੱਖਾਂ ਨਾਲ ਗਹਿਰਾ ਰਿਸ਼ਤਾ ਹੈ। ਜੰਗ ਅਤੇ ਸ਼ਸਤਰ ਤੋਂ ਮੁਨਕਰ ਹੋਣ ਵਾਲਾ ਸਿੱਖ ਭਟਕ ਚੁੱਕਿਆ ਹੈ। ਮਨੁੱਖਾਂ ਦੀਆਂ ਸਮੂਹ ਕੌਮਾਂ ਅਤੇ ਜ਼ਾਤਾਂ ਨੂੰ ਇਹ ਧਰਮ ਯੁੱਧ ਸੱਚੋ ਸੱਚ ਦਾ ਹੋਕਾ ਦਿੰਦਾ ਹੈ ਅਤੇ ਉਹਨਾਂ ਦੀ ਆਤਮਾ ਨੂੰ ਵੰਗਾਰਦਾ ਹੈ ਤਾਂ ਜੋ ਮਨੁੱਖਤਾ ਆਪਣਾ ਮਾਰਗ ਪਛਾਣੇ। ਆਓ ਆਪਾਂ ਉਹਨਾਂ ਮਾਰਗਾਂ ਵੱਲ ਵਧੀਏ ਜਿਨ੍ਹਾਂ ਬਾਰੇ ਗੁਰਾਂ ਨੇ ਫਰਮਾਇਆ ਹੈ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਿੰਨੇ ਫਖਰ ਵਾਲੀ ਗੱਲ ਹੈ ਕਿ ਸਾਨੂੰ ਮਨੁੱਖਾ ਜਨਮ ਨਸੀਬ ਹੋਇਆ, ਉਹ ਵੀ ਗੁਰੂਆਂ ਜੀ ਦੀ ਧਰਤੀ ਤੇ। ਬਿਲਕੁਲ। ਕਿੱਡੇ ਵਡਭਾਗੇ ਹਾਂ ਕਿ ਸਾਡੀ ਮਾਂ ਬੋਲੀ ਗੁਰਬਾਣੀ ਹੈ, ਜਿਸ ਰਾਹੀਂ ਗੁਰੂਆਂ ਨੇ ਮਨੁੱਖਤਾ ਨੂੰ ਉਪਦੇਸ਼ ਦਿੱਤਾ। ਜਦੋਂ ਸਿੱਖ ਆਪਣੇ ਵਿਰਸੇ ਤੇ ਧਰਮ ਨੂੰ ਥੋੜ੍ਹਾ ਜਿੰਨਾ ਵੀ ਸਮਝ ਲਵੇਗਾ, ਉਸ ਵਕਤ ਉਸ ਦੇ ਮਸਲੇ ਹੱਲ ਹੋ ਜਾਣਗੇ। ਅਸੀਂ ਜੁਝਾਰੂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸਹੀ ਰਾਹ ਨੂੰ ਪਛਾਣਨ ਅਤੇ ਭੂਤਕਾਲ ਦਾ ਮੁਲਾਂਕਣ ਕਰਕੇ ਸੁਨਹਿਰੀ ਭਵਿੱਖ ਦੀ ਉਸਾਰੀ ਲਈ ਹੋਰ ਸਰਗਰਮ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਰਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਰਾਸ਼ਟਰ ਵਾਲਿਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 10 ਅਕਤੂਬਰ 2023 26 ਅੱਸੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡਾਲਸ ਟੈਕਸਸ ਤੋਂ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ ਅਤੇ ਸਰਦਾਰ ਗੋਬਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਜੋ ਅਦਾਰੇ ਜਿਹੜੇ ਨੇ ਕੌਮੀ ਜਾਂ ਪੰਥਕ ਤੌਰ ਤੇ ਕੰਮ ਕਰ ਰਹੇ ਨੇ ਸੋ ਉਹਨਾਂ ਦੀ ਮਾਇਕ ਸਹਾਇਤਾ ਕਰੋ ਔਰ ਉਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਔਰ ਨਾਲ ਹੀ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਵੀ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਨਵੀਰ ਸਿੰਘ ਜੀ ਹੋਰਾਂ ਅਤੇ ਸਰਦਾਰ ਗੋਬਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੌਮੀ ਨਾਇਕ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੇ 9 ਅਕਤੂਬਰ ਨੂੰ ਆਪਣੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਸਿੱਖ ਕੌਮ ਦੇ ਨਾਂ ਜਿਹੜਾ ਸੁਨੇਹਾ ਦਿੱਤਾ ਸੀ ਉਹ ਅੱਜ ਵੀ ਅੱਤ ਲੋੜੀਂਦਾ ਹੈ। ਸੋ ਕੌਮੀ ਘਰ ਖਾਲਿਸਤਾਨ ਬਣਾਉਣ ਲਈ ਸੰਘਰਸ਼ੀਲ ਵੀਰਾਂ ਭੈਣਾਂ ਨੂੰ ਇਸ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਸੋ ਇਸ ਸੁਨੇਹੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜੋ 2 ਰੋਜ਼ਾ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਸੀ ਉਸ ਦੀ ਬਹੁਤ ਤਾਰੀਫ ਕੀਤੀ। ਬਹੁਤ ਸਾਰਿਆਂ ਨੇ ਇਹ ਕਿਹਾ ਅੰਗਰੇਜ਼ੀ 'ਚ ਗੂਜ਼ ਬੰਪ ਕਿਹਾ ਜਾਂਦਾ ਹੈ ਕਿ ਭਾਈ ਤੁਹਾਡੇ ਅੰਦਰ ਇੱਕ ਰੋਮਾਂਚ ਭਰ ਗਿਆ ਕਿ ਸੱਚਮੁੱਚ ਹੀ ਤੁਸੀਂ ਆਪਣੇ ਇੱਕ ਆਜ਼ਾਦ ਮੁਲਕ ਦੀ ਕਾਰਵਾਈ ਨੂੰ ਦੇਖ ਰਹੇ ਹੋ ਔਰ ਇਸ ਦਾ ਪ੍ਰਭਾਵ ਇੰਨਾ ਵਸੀਹ ਹੋਇਆ ਕਿ ਜੇ ਅਸੀਂ 6-7 ਘੰਟੇ ਦੀ ਕਵਰੇਜ ਜਿਹੜੀ ਲਾਈਵ ਹੋਈ ਉਸ ਦੀ ਗੱਲ ਕਰੀਏ ਤੇ ਬਹੁਤ ਵਾਰ ਜਿਹੜੀ ਚੀਜ਼ 20-22 ਮਿੰਟ ਤੋਂ ਜ਼ਿਆਦਾ ਹੁੰਦੀ ਹੈ ਉਸ ਦੇ ਵਿਊਅਰ ਬਹੁਤ ਥੋੜੇ ਹੁੰਦੇ ਨੇ। ਲੇਕਿਨ ਹੁਣ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ 99,000 ਤੋਂ ਜ਼ਿਆਦਾ ਵਿਊਅਰ ਉਸ ਟੋਟਲ ਕਵਰੇਜ ਦੇ ਨੇ ਔਰ ਜਿਹੜੇ ਕੱਲੇ ਸੈਗਮੈਂਟ ਨੇ ਜਿਵੇਂ ਡਾਕਟਰ ਇਕਦਾਰ ਕਰਾਮਤ ਚੀਮਾ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਭਾਈ ਮੈਨੂੰ ਜਦੋਂ UN ਦੇ ਦੂਸਰੇ ਸਾਥੀਆਂ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ, ਐਤਵਾਰ ਆਓ ਬਹਿ ਕੇ ਕਿਤੇ ਰੋਟੀ ਟੁੱਕ ਖਾਈਏ ਤੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਡਾ ਹੀ ਕੰਮ ਕਰ ਰਿਹਾ। ਉਹ ਕਹਿੰਦਾ ਜੀ ਤੁਸੀਂ ਸਾਡਾ ਕੀ ਕੰਮ ਕਰ ਰਹੇ ਹੋ? ਉਹ ਕਹਿੰਦਾ ਜੀ ਯੂਨਾਈਟਿਡ ਨੇਸ਼ਨਸ ਦੇ ਅੱਗੇ 193 ਦੇਸ਼ ਮੈਂਬਰ ਨੇ, ਇੱਕ ਹੋਰ ਦੇਸ਼ ਖਾਲਿਸਤਾਨ ਨੂੰ ਅਸੀਂ ਮੈਂਬਰ ਬਣਾਉਣ ਜਾ ਰਹੇ ਹਾਂ। ਸੋ ਇਸੇ ਹੀ ਟਾਈਟਲ ਦੇ ਥੱਲੇ ਉਹ ਸੀ ਔਰ 50,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹਨੂੰ ਦੁਪਹਿਰ ਤੱਕ ਦੇਖ ਚੁੱਕੇ ਸੀ। ਸੋ ਮੈਂ ਇਹ ਸਮਝਦਾ ਵੀ ਸਾਡੇ ਲਈ ਇਹ ਗੱਲ ਉਤਸ਼ਾਹ ਵਾਲੀ ਹੁੰਦੀ ਹੈ। ਬਹੁਤ ਵਾਰ ਜਦੋਂ ਅਸੀਂ ਦੇਖਦੇ ਹਾਂ ਨੈਗੇਟਿਵ ਵਾਲਿਆਂ ਦੀਆਂ ਗੱਲਾਂ ਵੀ ਸੁਣਦੇ ਹਾਂ ਤੇ ਉਸ ਤੋਂ ਲੱਗਦਾ ਹੁੰਦਾ ਹੈ ਕਿ ਭਾਈ ਜੋ ਕੁਝ ਸੁਣ ਇਵਨ TV84 ਦੇ ਹਵਾਲੇ ਨਾਲ ਹੀ ਜਿਵੇਂ ਅੱਜ ਵੀਰ ਅਮਨਵੀਰ ਸਿੰਘ, ਵੀਰ ਗੋਬਿੰਦਰ ਸਿੰਘ ਉਹਨਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਦਾ ਬਲੈਂਕ ਚੈੱਕ ਹੈ ਸਾਨੂੰ ਕਿ ਭਾਈ ਜਦੋਂ ਤੁਹਾਡੇ ਕੋਲ ਕੋਈ ਨਾ ਹੋਏ ਤੁਸੀਂ ਸਾਨੂੰ ਇਹ ਸੇਵਾ ਦਿਓ। ਤੇ ਦੇਖਣ ਵਾਲੀ ਗੱਲ ਇਹ ਹੈ ਵੀ 11-12 ਸਾਲ ਬਾਅਦ ਜਿੱਥੇ ਅਸੀਂ ਆ ਕੇ ਖੜੇ ਹਾਂ ਔਰ ਡਾਕਟਰ ਚੀਮਾ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਵੀ ਜੇ ਦੁਨੀਆ 'ਚ ਸਿੱਖ ਕੌਮ ਦੇ ਔਰ ਖਾਲਿਸਤਾਨ ਦੇ ਕਾਜ਼ ਨੂੰ ਇੰਟਰਨੈਸ਼ਨਲ ਲੈਵਲ ਤੇ ਕੋਈ ਆਰਟੀਕੂਲੇਟ ਕਰਦਾ ਹੈ ਤਾਂ TV84 ਹੈ। ਇਹ ਸਾਡੇ ਲਈ ਇੱਕ ਵੱਡੀ ਟ੍ਰਿਬਿਊਟ ਹੁੰਦੀ ਹੈ ਵੀ ਲੱਖਾਂ ਲੋਕਾਂ ਤੱਕ ਇਹੀ ਨਹੀਂ ਕਿਉਂਕਿ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਵੀ ਸਾਡੇ ਚੈਨਲ ਤੋਂ ਬਿਨਾ ਕੋਈ ਨਹੀਂ ਸੀ ਔਰ ਉਹਦੀ ਜਿਹੜੀ ਕਲੀਨ ਫੀਡ ਹੈ ਉਹਦੇ ਥੱਲੇ ਅਸੀਂ ਤਾਂ 1 ਲੱਖ ਵਿਊਅਰ ਪਹੁੰਚੇ ਹੀ ਨੇ
ਹੋਰ ਕਿੰਨਿਆਂ ਨੇ, ਇੱਕ ਪੰਜਾਬ ਦਾ ਚੈਨਲ ਹੈ 50,000 ਤੋਂ ਜ਼ਿਆਦਾ ਉਹਦੇ ਤੇ ਵਿਊਅਰ ਨੇ। ਦੂਜੇ ਕਲੀਨ ਫੀਡ ਦਾ ਮਤਲਬ ਹੁੰਦਾ ਜੀ ਲੋਗੋ ਨਾ ਹੋਏ, ਲੋਗੋ ਤੋਂ ਫਿਰ ਉਹ ਆਪਣਾ ਲਾ ਕੇ ਦੱਸਦੇ ਨੇ ਜਿਵੇਂ ਉਹਨਾਂ ਦਾ ਆਪਣਾ ਹੋਵੇ। ਲੇਕਿਨ ਸਾਨੂੰ ਕਿਉਂਕਿ ਅਸੀਂ ਕੋਈ ਵਪਾਰੀ ਨਹੀਂ ਹੈ, ਸਾਨੂੰ ਇਹ ਹੁੰਦਾ ਹੈ ਕਿ ਭਾਈ ਕੌਮ ਦਾ ਮੈਸੇਜ ਪਹੁੰਚੇ। ਸੋ ਅਸੀਂ ਇਹ ਦੇਖਦੇ ਹਾਂ ਕਿ ਜੇ 10 11 12 ਸਾਲ ਦੇ ਇਸ ਐਫਰਟ ਤੋਂ ਬਾਅਦ ਅਸੀਂ ਇਸ ਮੁਕਾਮ ਤੇ ਹੈ, ਸਾਡੇ ਕੋਲ ਯੋਗ ਟੈਕਨੀਕਲ ਟੀਮ ਹੈ ਜਿਹੜੇ ਆਵਾਜ਼ ਮਾਰ ਰਹੇ, ਅੱਧੀ ਰਾਤ ਹੈ ਸਵੇਰ ਹੈ, ਉਹ ਕੋਈ ਨੌਕਰੀ ਸਮਝ ਕੇ ਕੰਮ ਨਹੀਂ ਕਰਦੇ, ਉਹਨਾਂ ਦੇ ਲਈ ਵੀ ਪੰਥ ਦਾ ਦਰਦ, ਪੰਥ ਦਾ ਪਿਆਰ ਹੈ। ਤੇ ਜੇ ਸਾਡੇ ਵੀਰਾਂ ਭੈਣਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਭਾਈ ਈਵਨ ਇਸ ਕਿਸਮ ਦੇ ਪ੍ਰੋਜੈਕਟ ਦੇ ਲਈ ਵੀ ਸ਼ੁੱਡ ਡੋਲ ਆਊਟ ਸਮਥਿੰਗ, ਤੇ ਘਰ ਬੈਠਿਆਂ ਤੁਸੀਂ ਗੱਲਾਂ ਕਰੀ ਜਾਓ ਜੀ ਕੌਮ ਦਾ ਬਣੇਗਾ ਕੀ ਜੀ, ਸਾਡਾ ਲੀਡਰ ਕੋਈ ਨਹੀਂ ਜੀ ਸਾਡਾ, ਇਹ ਫਿਰ ਜਿਹੜਾ ਤੁਸੀਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿਟਵੜੀਆਂ, ਬਾਹਰ ਤੁਸੀਂ ਚਿੱਟੇ ਕੱਪੜੇ ਪਾਏ ਹੋਏ ਨੇ, ਅੰਦਰ ਤੁਸੀਂ ਕਸ਼ੁੱਧ ਹੋ, ਇੰਪਿਓਰ ਹੋ, ਕਾਲੇ ਹੋ, ਔਰ ਜਿਹੜਾ ਤੁਸੀਂ ਗੁਰੂ ਨੂੰ ਫਿਰ ਕੀ ਮੂੰਹ ਦਿਖਾਣਾ। ਅਲਟੀਮੇਟਲੀ ਇਹੀ ਗੱਲ ਜਦੋਂ ਅਸੀਂ ਬਾਬਾ ਫਰੀਦ ਜੀ ਦੇ ਹਵਾਲੇ ਨਾਲ ਕਹਿੰਦੇ ਆ ਤਾਂ ਫਿਰ ਉਹਨਾਂ ਨੇ ਤਾਂ ਡਿਫਾਈਨ ਕੀਤਾ ਹੋਇਆ ਸੱਚੇ ਤੇ ਕੱਚੇ ਕੀ ਫਰਕ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਇਹ ਹੈ ਕਿ ਭਾਈ ਜਿਹੜਾ, ਔਰ ਤੇ ਫਿਰ ਗੁਰੂ ਨੇ ਇਹ ਵੀ ਹਦਾਇਤ ਕੀਤੀ ਹੋਈ ਹੈ ਕਿ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਫਿਰ ਕੱਚਿਆਂ ਦੇ ਨਾਲ ਜਿਹੜਾ, ਔਰ ਚਲੋ ਦੁਨੀਆ ਦੇ ਵਿੱਚ ਤਾਂ ਕੱਚੇ ਵੀ ਪੁੱਗ ਜਾਂਦੇ ਨੇ ਕਿਉਂਕਿ ਧੋਖਾ ਦੇ ਕੇ ਝੂਠ ਬੋਲ ਕੇ ਦੂਜੇ, ਪਰ ਇਹ ਗੱਲ ਤਾਂ ਸਾਨੂੰ ਫਿਰ ਯਾਦ ਦਹਾਨੀ ਰਹਿ ਜਦੋਂ ਗੁਰੂ ਨੂੰ ਮੂੰਹ ਦਿਖਾਣਾ ਤੇ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਬਹਿ ਨਾਵੇਂ ਧਰਮ ਬਹਾਲਿਆ। ਕਿ ਭਾਈ ਉੱਥੇ ਜਿਣ, ਪੁਰਾਣੀ ਪੰਜਾਬੀ 'ਚ ਜਿੱਤਣ ਨੂੰ ਜਿਣਨਾ ਵੀ ਕਹਿੰਦੇ ਸੀ ਕਿ ਜਿਣ ਗਿਆ ਇਹ, ਕਿ ਭਾਈ ਉੱਥੇ ਫਿਰ ਕੂੜਿਆਰ ਦੀ ਜਿਹੜੀ ਆ ਉਹ ਕੂੜਿਆਰਾਂ ਦੇ ਮੂੰਹ ਜਿਹੜੇ ਨੇ ਉਹ ਕਾਲੇ ਨੇ, ਔਰ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾਨਕ ਸੇਮ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹ ਉਜਲ ਮੁਖ ਨੇ। ਸੋ ਅਸੀਂ ਆਪਣੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕਿਰਤੀ ਵੀਰ ਨੇ, ਵੀਰ ਅਮਨਵੀਰ ਸਿੰਘ, ਤੇ ਹੁਣ ਜਿਹੜਾ ਬੇਸ਼ੱਕ ਅਜੇ ਡਾਲਸ ਨਿਵਾਸੀ ਵੱਜਦੇ ਨੇ ਪਰ ਇਹਨਾਂ ਨੇ ਮੈਸਾਚੂਸਟਸ ਦੇ ਵਿੱਚ ਆਪਣਾ ਕੰਮਕਾਰ ਸ਼ੁਰੂ ਕੀਤਾ ਹੈ ਔਰ ਪੂਰੀ ਹਿੰਮਤ ਰੱਖਦੇ ਨੇ। ਜਿਹੜੀ ਕਰਤੂਤ ਇਹਨਾਂ ਨੇ ਸਾਊਥ ਕੈਰੋਲਾਈਨਾ ਵਾਲਿਆਂ ਨੇ ਕੀਤੀ ਪਿਛਲੇ ਟਾਈਮ 'ਚ, ਸੰਤ ਪਿੰਡਾਂ ਵਾਲਿਆਂ ਦੀ ਔਰ ਬਾਬਾ ਦੀਪ ਸਿੰਘ ਸ਼ਹੀਦ ਦੀ ਤਸਵੀਰ ਲਾਈ ਗੁਰਦੁਆਰਾ ਸਾਹਿਬ 'ਚੋਂ, ਤੇ ਜਿਹੜੇ ਲਗਾਤਾਰਤਾ ਨਾਲ ਐਤਵਾਰ ਜਿਹੜਾ ਇਸ ਦੇ ਖਿਲਾਫ ਪ੍ਰੋਟੈਸਟ ਲਈ ਪਹੁੰਚੇ ਸਾਡੇ ਵੀਰ ਅਮਨਵੀਰ ਸਿੰਘ ਪੂਰੇ ਖਾਲਸਾਈ ਨਿਹੰਗ ਬਾਣੇ ਦੇ ਵਿੱਚ ਵੀ ਪਹੁੰਚੇ ਹੋਏ ਸੀ ਜਦੋਂ ਅਸੀਂ ਗਏ ਅਟਲਾਂਟਾ ਉਸ ਤੋਂ ਪਿਛਲੇ ਵੀਕਐਂਡ। ਸੋ ਪੂਰੇ ਪੰਥ ਨੂੰ ਪਰਨਾਏ ਹੋਏ ਨੇ, ਔਰ ਸਾਡੇ ਵੀਰ ਗੋਬਿੰਦਰ ਸਿੰਘ ਉਹ ਤਾਂ ਗੱਲ ਕਰਦੇ ਆ ਭਾਵੁਕ ਹੋ ਜਾਂਦੇ ਨੇ ਜਦੋਂ ਵੀ ਉਹਨਾਂ ਨੂੰ ਕੁਛ ਦਿਨਾਂ ਬਾਅਦ ਜਿਹੜਾ ਉਹ ਕਾਲ ਕਰਦੇ ਨੇ ਤਾਂ ਉਹਨਾਂ ਦੇ ਅੰਦਰ ਇਹੀ ਹੁੰਦਾ ਕਿ ਵੀ ਡਾਕਟਰ ਸਾਹਿਬ ਲੱਗੇ ਰਹੋ, ਅਸੀਂ ਨਹੀਂ ਤੁਹਾਨੂੰ ਥੱਲੇ ਨਹੀਂ ਡਿੱਗਣ ਦਿੰਦੇ ਇਸ ਗੱਲ ਨੂੰ, ਅਸੀਂ ਹਾਜ਼ਰ ਹੈ, ਸਾਨੂੰ ਤੁਸੀਂ ਆਵਾਜ਼ ਮਾਰੋ ਹਾਜ਼ਰ। ਸੋ ਸਾਨੂੰ ਇਹ ਜਿਹੜੇ ਇਸ ਕਿਸਮ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਚੜ੍ਹਦੀ ਕਲਾ ਲਫ਼ਜ਼ ਸਿੱਖ ਦੀ ਡਿਕਸ਼ਨਰੀ 'ਚ ਹੈ, ਢਹਿੰਦੀ ਕਲਾ ਲਫ਼ਜ਼ ਨਹੀਂ ਹੈ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਸਾਰੇ ਹਿਊਮਨ ਬੀਇੰਗ ਹੋਣ ਦੇ ਨਾਤੇ ਉਹਨਾਂ ਪਲਾਂ 'ਚੋਂ ਗੁਜ਼ਰਦੇ ਹਾਂ। ਖੁਸ਼ੀ ਦੇ ਪਲ ਸਾਨੂੰ ਖੁਸ਼ੀ ਦਿੰਦੇ ਨੇ, ਗਮੀ ਦੇ ਪਲ ਗਮੀ ਦਿੰਦੇ ਨੇ। ਇਹੀ ਕਾਰਨ ਹੈ ਕਿ ਵੱਡੇ ਵੱਡੇ ਸਿਦਕਵਾਨ ਜਦੋਂ ਕੋਈ ਪਿਆਰਾ ਵਿਛੜਦਾ ਹੈ, ਕੋਈ ਜਾਂਦਾ ਹੈ, ਕਿਵੇਂ ਉਹ ਵੈਰਾਗ ਨਾਲ ਭਰ ਜਾਂਦਾ। ਉਹ ਕੁਦਰਤੀ ਵੀ ਹੈ, ਜੇ ਮਨੁੱਖ 'ਚੋਂ ਜਜ਼ਬਾਤ ਕੱਢ ਲਓ ਫਿਰ ਵੀ ਕੋਈ ਇਹ ਨਹੀਂ ਹੈ ਕਿ ਰੂਹਾਨੀਅਤ ਨੇ ਜਜ਼ਬਾਤ ਮਾਈਨਸ ਕੀਤੇ ਨੇ। ਰਾਦਰ ਜੇ ਅਸੀਂ ਜਜ਼ਬਾਤ ਦਾ ਰੂਹਾਨੀ ਪੱਖ ਦੇਖੀਏ ਤੇ ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਉਸ ਰੂਹਾਨੀਅਤ ਦੇ ਵਿੱਚੋਂ ਹੀ ਜਜ਼ਬਾਤ ਨਿਕਲੇ ਨੇ। ਜਦੋਂ ਗੁਰੂ ਅਰਜਨ ਸਾਹਿਬ ਕੇ ਭਾਈ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਕਿ ਨਾ ਮੈਨੂੰ ਨੀਂਦ ਚੰਗੀ ਲੱਗਦੀ ਹੈ, ਨਾ ਅੰਨ ਚੰਗਾ ਲੱਗਦਾ ਹੈ, ਨਾ ਮੈਨੂੰ ਪਾਣੀ ਚੰਗਾ ਲੱਗਦਾ ਹੈ। ਮਿਲ ਮੇਰੇ ਪ੍ਰੀਤਮਾ ਜੀਓ, ਜਾਂ ਮੇਰਾ ਮੋਹਨ ਮਿਲਿਆ ਕਿਤ, ਮੇਰਾ ਸੁੰਦਰ ਕਹੋ ਮਿਲਿਆ ਕਿਤ ਗਲੀ, ਕਿ ਮੇਰਾ ਸੋਹਣਾ ਕਿਹੜੀ ਗਲੀ 'ਚੋਂ ਮੈਨੂੰ ਮਿਲੇਗਾ। ਜਾਂ ਤੈਂ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਵੈਸਣ ਦੀਜੈ ਵਿਣ ਸਿਰ ਸੇਵ ਕਰੀਜੈ, ਕਿ ਜੇ ਮੈਨੂੰ ਉਹ ਆਪਣੇ ਪਿਆਰੇ ਦੀ ਕੋਈ ਗੱਲ ਸੁਣਾਏ ਤੇ ਮੈਂ ਉਹਨੂੰ ਕੀ ਦਿਆਂ, ਉਹਨੂੰ ਮੈਂ ਕੀ ਆਫਰ ਕਰਾਂ, ਕੀ ਮੈਂ ਉਸ ਦੇ ਅੱਗੇ ਨਜ਼ਰਾਨਾ ਧਰਾਂ।
ਸੀਸ ਵੱਡੇ ਕਰ ਵੈਸਣ ਦੀ ਜੇ ਵਿਣ ਸਿਰ ਸੇਵ ਕਰੀ, ਕਿ ਮੈਂ ਸਿਰ ਵੱਢ ਕੇ ਉਹਨੂੰ ਦੇ ਦਿਆਂ ਕਿ ਆਹ ਲੈ ਮੇਰੇ ਸਿਰ ਦੇ ਉੱਤੇ ਬੈਠ ਤੇ ਮੈਂ ਬਿਨਾਂ ਸਿਰ ਤੋਂ ਭੱਜ ਕੇ ਉਹਦੀ ਸੇਵਾ ਕਰਾਂ। ਹੁਣ ਇਹ ਜਜ਼ਬਾਤ ਹੈ ਜਿਸ ਨੂੰ ਰੂਹਾਨੀਅਤ ਦੇ ਵਿੱਚ ਗੁਰੂ ਸਾਹਿਬ ਨੇ ਰੰਗਿਆ। ਸੋ ਦੁਨੀਆਦਾਰੀ ਦੇ ਵਿੱਚ ਵੀ ਜਦੋਂ ਤੁਸੀਂ ਔਖੀਆਂ ਘਾਟੀਆਂ ਚੋਂ ਗੁਜ਼ਰਦੇ ਹੋ, ਉਦੋਂ ਜਿਹੜੀ ਹੱਲਾਸ਼ੇਰੀ ਹੁੰਦੀ ਹੈ, ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਡੇ ਨਾਲ ਜੁੜੇ ਹੋਏ ਹੁੰਦੇ ਨੇ, ਉਹ ਤੁਹਾਨੂੰ ਹਿੰਮਤ ਦਿੰਦੇ ਨੇ। ਅਸੀਂ ਆਪਣੇ ਬੱਚੀਆਂ ਨੂੰ ਜਦੋਂ ਸਕੂਲੇ ਤੋਰਦੇ ਹਾਂ, ਪਰ ਛੋਟੇ ਹੁੰਦੇ ਉਹ ਰੋ ਰਹੇ ਹੁੰਦੇ ਨੇ, ਅਸੀਂ ਉਹਨਾਂ ਨੂੰ ਚੁੱਪ ਵੀ ਕਰਾਉਂਦੇ ਹਾਂ, ਦਬਕਾ ਵੀ ਮਾਰਦੇ ਹਾਂ, ਛੱਡ ਕੇ ਵੀ ਆਉਂਦੇ ਹਾਂ, ਫਿਰ ਉਹਨੂੰ ਕਹਿੰਦੇ ਆ ਵੀ ਨਹੀਂ ਅੱਜ ਪੜ੍ਹੇਗਾ ਕੱਲ੍ਹ ਨੂੰ ਅਫਸਰ ਬਣੇਗਾ। ਇਹੀ ਹੁੰਦਾ ਸੀ ਮਾਵਾਂ ਦਾ ਤਾਂ ਕਿ ਵੀ ਹੁਣ। ਸੋ ਇਹ ਇੱਕ ਉਹ ਹੁੰਦਾ ਵੀ ਤੁਸੀਂ ਉਸ ਰਸਤੇ ਤੇ ਤੋਰਦੇ ਹੋ, ਤੇ ਜਦੋਂ ਫਿਰ ਬੱਚੀਆਂ ਤੁਰ ਪੈਂਦੇ ਨੇ, ਫਿਰ ਉਹ ਆਪਣੇ ਮਾਤਾ ਪਿਤਾ ਨੂੰ ਕਰੈਕਟ ਕਰ ਰਹੇ ਹੁੰਦੇ ਨੇ ਕਿ ਵੀ ਨਹੀਂ, ਇੱਥੇ ਤਾਂ ਕਹਿ ਰਹੇ ਹੁੰਦੇ ਨੇ ਵੀ ਮਮ ਯੂ ਆਰ ਸਪੀਕਿੰਗ ਰੋਂਗ ਇੰਗਲਿਸ਼। ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਭਾਈ ਉੱਥੋਂ ਤੱਕ ਪਹੁੰਚਾਉਣ ਵਾਲੇ ਉਹ ਮੈਂ ਤਾਂ ਲਾਈਟਰ ਵੇਨ 'ਚ ਗੱਲ ਕਰ ਰਿਹਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਅਸੀਂ ਵੀ ਇਹਨਾਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਨਿਸ਼ਕਾਮ ਭਾਵਨਾ ਦੇ ਨਾਲ, ਔਰ ਸਿਰਫ ਤੇ ਸਿਰਫ ਹੋਰ ਸਾਡੇ ਪੱਲੇ ਕੀ ਹੈ, ਸਿਰਫ ਗੁਰੂ ਦੀਆਂ ਬਾਤਾਂ ਕਰਨੀਆਂ, ਗੁਰੂ ਪੰਥ ਦੀਆਂ ਗੱਲਾਂ ਸੁਣਾਉਣੀਆਂ, ਇਹੀ ਹੈ। ਹੋਰ ਤਾਂ ਅਸੀਂ ਕੋਈ ਕੱਦੂ 'ਚ ਨਹੀਂ ਤੀਰ ਮਾਰਿਆ ਹੈ, ਲੇਕਿਨ ਇਹ ਵੀ ਜਿਹੜੇ ਗੁਰੂ ਪਿਆਰੇ ਨੇ ਇਹਨਾਂ ਨੂੰ ਚੰਗਾ ਲੱਗਦਾ। ਔਰ ਇਹੀ ਗੱਲ ਮੈਂ ਜਦੋਂ ਉਹ ਹੈਡਮਾਸਟਰ ਦੀ ਕੁਰਸੀ ਤੇ ਬਿਠਾਇਆ ਤਾਂ ਮੈਂ ਉਹਦੇ 'ਚ ਵੀ ਕਿਹਾ ਸੀ, ਮੈਂ ਕਿਹਾ ਜੀ ਇਹ ਵਡਿਆਈ ਤਾਂ ਗੁਰੂ ਦੀ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਗੁਰੂ ਦੀ ਹੈ ਕਿ ਜੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕਿ ਜਿਹੜਾ ਪਿੰਗਲ ਹੈ, ਹੈਂਡੀਕੈਪ ਹੈ, ਉਹ ਪਹਾੜ ਚੜ੍ਹ ਸਕਦਾ। ਖਲ ਕਹਿੰਦੇ ਨੇ ਮੂਰਖ ਨੂੰ, ਕਿ ਜਿਹੜਾ ਸਿਰੇ ਦਾ ਮੂਰਖ ਹੈ ਉਹ ਸਿਆਣਾ ਹੋ ਸਕਦਾ ਹੈ ਜੇ ਸਤਿਗੁਰੂ ਚਾਹੇ, ਭਲੇ ਪੁਰਖਾਂ ਦੀ ਸੰਗਤ ਦੇ ਨਾਲ। ਸੋ ਅਸੀਂ ਜਿੱਥੇ ਸਾਰੇ ਵਿਊਅਰਸ ਦਾ ਔਰ ਵੈਲ ਵਿਸ਼ਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੈਂ ਸਮਝਦਾ ਕਿ ਵੀ ਇਹ ਜਿਹੜਾ ਅੰਡਰ ਕਰੰਟ ਹੁੰਦਾ, ਬਹੁਤ ਵਾਰ ਇਹ ਵੀ ਲੱਗਣ ਲੱਗ ਜਾਂਦਾ ਕਿ ਦੁਨੀਆ ਆਪੋ ਆਪਣੇ ਪਈ ਹੈ ਮਾਇਆ ਦੀਆਂ ਦੌੜਾਂ ਦੇ ਵਿੱਚ, ਪਰ ਜੋ ਇਹ ਜਿਹੜਾ ਅੰਡਰ ਕਰੰਟ ਹੈ, ਅੰਦਰ ਸੁਲਗ ਰਿਹਾ ਬਹੁਤਿਆਂ ਨੂੰ। ਹੁਣ ਇੱਕਦਮ ਜਿੰਨਾ ਉਤਸ਼ਾਹ ਜਾਂ ਜਿੰਨਾ ਐਂਥੂਜ਼ੀਆਜ਼ਮ ਇਹਨਾਂ 2 ਦਿਨਾਂ ਦੇ ਵਿੱਚ ਦੇਖਣ 'ਚ ਆਇਆ ਖਾਲਿਸਤਾਨ ਦੇ ਮੁੱਦੇ 'ਤੇ, ਔਰ ਇਹ ਸਾਰੇ, ਇਸ ਦਾ ਮਤਲਬ ਇਹ ਹੈ ਵੀ ਕੋਈ ਵੀ ਐਸਾ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ। ਜਿਹੜੇ ਤਾਂ ਵੈਸੇ ਹੀ ਨਿਕਲ ਗਏ ਹੋਏ ਨੇ ਦਾਇਰਾ ਕਾਰ 'ਚੋਂ, ਉਹਨਾਂ ਬਾਰੇ ਤਾਂ ਅਸੀਂ ਕੀ ਕਹਿਣਾ, ਲੇਕਿਨ ਜਿਹੜੇ ਗੁਰੂ ਨਾਨਕ ਦੇ ਆਪਣੇ ਆਪ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਜਿਹੜੇ ਪਾਂਧੀ ਕਹਿੰਦੇ ਨੇ, ਉਹ ਜ਼ਰੂਰ ਜਿਹੜਾ ਉਹਨਾਂ ਦੀ ਇਹ ਸਿੱਖ ਹੈ, ਕਾਮਨਾ ਹੈ, ਅਰਦਾਸ ਹੈ, ਚਾਹਤ ਹੈ, ਡਿਜ਼ਾਇਰ ਹੈ ਕਿ ਜਿੰਨੀ ਜਲਦੀ ਹੋਏ ਸਾਡਾ ਆਪਣਾ ਘਰ ਬਣੇ। ਸੋ ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦਾ ਪ੍ਰੋਗਰਾਮ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਨੂੰ ਸਮਰਪਿਤ ਸੀ, ਕਿਉਂਕਿ 9 ਅਕਤੂਬਰ ਦਾ ਉਹ ਦਿਨ ਜਿਹੜਾ ਕਿ ਠੀਕ 31 ਵਰ੍ਹੇ ਪਹਿਲਾਂ ਪੂਨੇ ਦੀ ਯਰਬਦਾ ਜੇਲ੍ਹ ਵਿੱਚ ਮਹਾਰਾਸ਼ਟਰ ਸਟੇਟ 'ਤੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਉਹ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ। ਪਰ ਉਸ ਪ੍ਰੋਗਰਾਮ 'ਚ ਅਸੀਂ ਮੈਂਸ਼ਨ ਵੀ ਇਹ ਕੀਤਾ ਸੀ ਕਿ 9 ਅਕਤੂਬਰ ਨੂੰ ਸ਼ਹਾਦਤ ਤੋਂ ਪਹਿਲਾਂ ਜਿਹੜਾ 8 ਅਕਤੂਬਰ ਨੂੰ ਉਹਨਾਂ ਨੇ ਸਿੱਖ ਕੌਮ ਦੇ ਨਾਂ ਆਪਣਾ ਸੁਨੇਹਾ ਦਿੱਤਾ, ਉਹ ਅਸੀਂ ਸਾਂਝਾ ਕਰਾਂਗੇ। ਪਰ ਇੰਨਾ ਕੁ ਜਿਹੜੇ ਐਨਮੀ ਦੀ ਟ੍ਰਿਬਿਊਟ ਕੀ ਹੈ ਉਸ ਦੇ ਉੱਤੇ ਹੀ ਇੰਨਾ ਵਕਤ, ਕਿਉਂਕਿ ਅੰਗਰੇਜ਼ੀ 'ਚ ਸੀ, ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਨੇ ਕੀ ਕਿਹਾ, ਵੇਦ ਮਰਵਾਹਾ ਨੇ ਕੀ ਕਿਹਾ, ਪੁਲਿਸ ਕਮਿਸ਼ਨਰ ਦਿੱਲੀ ਨੇ, ਕਿ ਜਦੋਂ ਤੱਕ ਅਸੀਂ ਉਸ ਤੇ ਪਹੁੰਚੇ ਆਲਮੋਸਟ ਪਹਿਲਾ ਸੈਗਮੈਂਟ 40 ਮਿੰਟ ਦਾ ਹੋ ਚੁੱਕਾ ਸੀ। ਸੋ ਮੈਂ ਸਮਝਿਆ ਕਿ ਵੀ ਇਹ ਜੇ ਕਾਹਲੀ ਦੇ ਵਿੱਚ ਪੜ੍ਹਿਆ ਗਿਆ ਤੇ ਇਸ ਮੈਸੇਜ ਨਾਲ ਇਨਸਾਫ ਨਹੀਂ ਹੋਏਗਾ। ਕਿਉਂਕਿ ਜਦੋਂ ਮੈਂ ਅੱਜ ਵੀ ਦੁਬਾਰਾ ਇਸ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਲੱਗਦਾ ਸੀ ਵੀ ਇਹ ਕਿੰਨਾ ਰੈਲੇਵੈਂਟ ਹੈ। ਇਹ ਅਸੀਂ ਉਦੋਂ ਦੀ ਗੱਲ ਕਰ ਰਹੇ ਹਾਂ ਜਦੋਂ ਕਿ ਸਾਡਾ ਸੰਘਰਸ਼ ਪੀਕ ਦੇ ਉੱਤੇ ਸੀ। 9 ਅਕਤੂਬਰ 1992 ਬੇਸ਼ੱਕ ਫਰਵਰੀ 1992 ਦੇ ਵਿੱਚ ਪੰਜਾਬ 'ਚ ਬੁੱਚੜ ਬੇਅੰਤੇ ਦੀ ਸਰਕਾਰ ਬਣ ਚੁੱਕੀ ਸੀ ਔਰ ਝੂਠੇ ਮੁਕਾਬਲਿਆਂ ਦਾ ਕੰਮ ਸ਼ੁਰੂ ਹੋ ਗਿਆ ਸੀ KP ਗਿੱਲ ਔਰ ਬੇਅੰਤੇ ਦੀ ਕਾਤਲ ਜੋੜੀ ਵੱਲੋਂ, ਲੇਕਿਨ ਅਜੇ ਮੂਵਮੈਂਟ ਦੇ ਵਿੱਚ ਦਮਖਮ ਸੀ। ਕਿਉਂਕਿ ਜਿਹੜੇ ਬਹੁਤੇ ਜਰਨੈਲ ਨੇ ਫਿਰ ਬਾਅਦ ਦੇ ਵਿੱਚ 1993 ਤੱਕ ਪਹੁੰਚਦੇ ਆ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਔਰ ਭਾਈ ਸੁਖਦੇਵ ਸਿੰਘ ਬੱਬਰ ਔਰ ਜਿਹੜੇ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ,
ਇਹ ਸਾਰੇ ਉਸ ਦੌਰ 'ਚ ਸ਼ਹੀਦ ਹੁੰਦੇ ਨੇ। ਸੋ ਉਦੋਂ ਵੀ ਜੇ 9 ਅਕਤੂਬਰ ਤੋਂ 8 ਅਕਤੂਬਰ ਨੂੰ ਜਦੋਂ ਉਹਨਾਂ ਦਾ ਅਖੀਰਲਾ ਸਫ਼ਰ ਸ਼ੁਰੂ ਹੋਣਾ, ਉਹ ਦੇਖ ਰਹੇ ਸੀ ਵੀ ਕਿਤੇ ਕੁਝ ਐਸਾ ਹੋਇਆ ਕਿ ਅਸੀਂ ਆਪਣੀ ਪੈੜ ਚਾਲ ਭੁੱਲ ਗਏ ਜਾਂ ਸਾਡੀ ਪੈੜ ਕਿਸੇ ਹੋਰ ਪਾਸੇ ਪੈ ਗਈ ਹੈ ਜਾਂ ਦੁਸ਼ਮਣ ਦੀਆਂ ਚਾਲਾਂ ਨੇ ਸਾਨੂੰ ਆਪਣੇ ਅਕੀਦੇ ਨਾਲੋਂ ਕਿਤੇ ਨਾ ਕਿਤੇ ਦੂਰ ਕੀਤਾ। ਔਰ ਅੱਜ 31 ਸਾਲ ਬਾਅਦ ਜਦੋਂ ਮੈਂ ਦੇਖ ਰਿਹਾ ਵੀ ਅੱਜ ਅਗੇਨ ਉਦੋਂ ਵੀ ਕਿਉਂਕਿ ਖਾੜਕੂ ਸੰਘਰਸ਼ ਨੇ ਉਹ ਜ਼ੀਨਤ, ਉਹ ਸਿਖਰ ਛੋਇਆ ਸੀ ਕਿ ਜਿਹਦੇ ਥੱਲੇ ਇੱਕ ਸਟੇਜ 'ਤੇ ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਬਣਿਆ, ਉਸਨੇ ਖਾੜਕੂ ਧਿਰਾਂ ਦੇ ਨਾਲ ਗੱਲਬਾਤ ਦਾ ਸੱਦਾ ਦਿੱਤਾ ਸੀ। ਕੁਸ਼ਕ ਨੇ ਅੰਦਰ ਖਾਤੇ ਗੱਲਬਾਤ ਕੀਤੀ ਵੀ, ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ ਵੀ ਬਾਈ ਐਂਡ ਲਾਰਜ ਉਦੋਂ ਵੀ ਕੋਈ ਐਸੀ ਸਹਿਮਤੀ ਨਹੀਂ ਸੀ ਬਣ, ਕਿਉਂਕਿ ਦੇਖੋ ਹਮੇਸ਼ਾ ਨਿਕਲਦਾ ਕੁਛ ਉਦੋਂ ਹੀ ਹੈ ਜਦੋਂ ਮਜਬੂਰੀ ਹੋਏ। ਮਜਬੂਰੀ ਖੌਫ ਦੀ ਹੋਏ, ਮਜਬੂਰੀ ਕਿਸੇ ਦੇ ਜ਼ੋਰਾਵਰ ਹੋਣ ਦੀ ਹੋਏ, ਮਜਬੂਰੀ ਕਿਸੇ ਦੇ ਹਮਲੇ ਦੀ ਹੋਏ, ਤੁਹਾਨੂੰ ਲੱਗੇ ਵੀ ਇਸ ਧਿਰ ਨੂੰ ਵੀ ਨਾਲ ਲਾਈਏ। ਔਰ ਇਹਨੂੰ ਬਿਲਕੁਲ ਠੀਕ ਇਸੇ ਲਾਈਨ 'ਤੇ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੁਹਰਾਉਂਦੇ ਹਾਂ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਨਿਜ ਬਲ ਦਾ ਮਤਲਬ ਸਿਰਫ ਤੇ ਸਿਰਫ ਸਿੱਧੀ ਫੌਜੀ ਟੱਕਰ ਨਹੀਂ ਹੁੰਦੀ ਕਿ ਬਈ ਤੁਹਾਡੇ ਕੋਲ ਹੁਣ ਅਦਰਵਾਈਜ਼ ਦੁਨੀਆ ਦੀਆਂ ਜਿੰਨੀਆਂ ਗੁਰਿਲਾ ਤਹਿਰੀਕਾਂ ਨੇ, ਜਦੋਂ ਕੋਈ ਐਸਟੈਬਲਿਸ਼ਮੈਂਟ ਨਾਲ ਭਿੜਦਾ ਹੈ ਤੇ ਜਿਹੜੇ ਗੁਰਿਲੇ ਨੇ ਉਹ ਤਾਂ ਗਿਣਤੀਆਂ 'ਚ ਹੁੰਦੇ ਨੇ, ਕਈ ਵਾਰੀ ਦਰਜਨਾਂ 'ਚ। ਹੁਣ ਆਇਰਿਸ਼ ਸਟਰਗਲ ਕਦੇ ਵੀ 3 ਦਰਜਨ ਜਾਂ 4 ਦਰਜਨ ਤੋਂ ਜ਼ਿਆਦਾ ਉਹਨਾਂ ਦੇ ਫਾਈਟਰ ਨਹੀਂ ਸੀ, ਕਿਉਂਕਿ ਉਹਨਾਂ ਕੋਲ ਤਾਂ ਜੰਗਲ ਨਹੀਂ ਸੀ। ਉਹ ਤਾਂ ਸਿਟੀਜ਼ ਦੇ ਵਿੱਚ ਹੀ ਮੈਟਰੋਪੋਲੀਟਨ ਲੰਡਨ ਤੋਂ ਲੈ ਕੇ ਔਰ ਆਪਣੇ ਆਇਰਲੈਂਡ ਔਰ ਦੂਜੇ ਤੱਕ ਉਹ ਕਰ ਰਹੇ ਸੀ। ਲੇਕਿਨ ਇਹੀ ਹਾਲ ਅਸੀਂ ਇਵਨ 18ਵੀਂ ਸਦੀ 'ਚ ਆਪਣਾ ਦੇਖਦੇ ਹਾਂ। ਸਾਡੀ ਕਿੰਨੀ ਕੁ ਸਟਰੈਂਥ ਸੀ? 20, 30, 40 ਹਜ਼ਾਰ। ਉਹ ਵੀ ਕੋਈ ਖਿਲ ਰਹੇ ਨੇ, ਕੋਈ ਬੀਕਾਨੇਰ 'ਚ ਹੈ, ਕੋਈ ਲੱਖੀ ਜੰਗਲ 'ਚ ਹੈ, ਕੋਈ ਕਾਹਨੂੰਵਾਨ ਦੇ ਛੰਭ 'ਚ ਹੈ, ਕੋਈ ਕਿਤੇ ਹੋਰ ਹੈ। ਮੁਗਲਿਆ ਫੌਜ ਕਿੰਨੀ ਹੈ, ਮੁਲਖਈਆ ਕਿੰਨਾ ਹੈ, ਦੂਸਰਾ ਕਿੰਨਾ ਹੈ। ਲੇਕਿਨ ਕਿਉਂ ਹੋਏ? ਕਿਉਂਕਿ ਬੇਸ਼ੱਕ ਖਿਲ ਰਹੇ ਨੇ, ਥੋੜ੍ਹੇ ਨੇ, ਲੇਕਿਨ ਉਹ ਪ੍ਰੈਸ਼ਰ ਬਿਲਡ ਕਰਦੇ ਸੀ। ਹੁਣ ਬਹੁਤ ਵਾਰ ਕੱਲ੍ਹ ਜਦੋਂ ਅਸੀਂ ਹਰਜਿੰਦਰ ਸਿੰਘ ਜਿੰਦਾ, ਭਾਈ ਸੁਦੇਵ ਸਿੰਘ ਸੁੱਖਾ ਦੇ ਬੈਂਕ ਆਪਰੇਟ ਕਰਨ ਦੀ ਗੱਲ ਕੀਤੀ ਕਿ ਵੀ ਗੁਜਰਾਤ 'ਚ ਵੀ ਕੀਤੀ, ਦਿੱਲੀ 'ਚ ਵੀ, ਕਿਸੇ ਨੇ ਕਿਹਾ ਕਿ ਜੀ ਇਹ ਤਾਂ ਫਿਰ ਸਿੱਖੀ ਮੁਤਾਬਕ ਨਹੀਂ ਹੈ। ਮੈਂ ਹੁਣ ਇਹ ਉਹੀ ਲੋਕ ਨੇ ਜਿਹੜੇ ਜਦੋਂ 18ਵੀਂ ਸਦੀ ਦੀ ਗੱਲ ਕਰਦੇ ਨੇ ਤੇ ਉਦੋਂ ਕਹਿਣਗੇ ਕਿ ਜੀ ਫਿਰ ਜਿਹੜਾ ਖਜ਼ਾਨਾ ਲਾਹੌਰ ਤੋਂ ਦਿੱਲੀ ਜਾ ਰਿਹਾ ਸੀ, ਫਲਾਣੀ ਥਾਂ ਸਿੰਘਾਂ ਨੇ ਛਾਪਾ ਮਾਰ ਕੇ ਉਸ ਨੂੰ ਲੁੱਟ ਲਿਆ। ਹੁਣ ਖਜ਼ਾਨਾ ਲੁੱਟਣਾ ਕੀ ਸੀ ਜੀ? ਜੇ ਤੁਸੀਂ ਲੜਾਈ ਕਰਨੀ ਹੈ, ਲੜਨਾ ਹੈ, ਤੁਸੀਂ ਹਥਿਆਰ ਸਰਵਾਈਵਲ ਕਿੱਥੋਂ ਕਰਨੀ? ਹੁਣ ਉਹ ਖਜ਼ਾਨਾ ਕੀ ਸੀ ਕਿ ਭਾਈ ਜਿਹੜੇ ਲੋਕਾਂ ਦੇ ਉੱਤੇ ਮਾਲੀਆ ਲਾਇਆ ਹੋਇਆ ਹੈ, ਰੈਵਨਿਊ ਲਾ ਕੇ ਟੈਕਸ ਹੈ, ਔਰ ਜਿਹੜੇ ਖੜੇ ਕੀਤੇ ਹੁੰਦੇ ਸੀ ਸੂਬੇਦਾਰ ਲਾਹੌਰ ਦਾ, ਉਹ ਬੜੀ ਵੱਡੀ ਗਾਰਦ ਦੇ ਨਾਲ ਉਹਨੂੰ ਭੇਜਦੇ ਸੀ ਕਿ ਦਿੱਲੀ ਦੇ ਬਾਦਸ਼ਾਹ ਦੇ ਖਜ਼ਾਨੇ 'ਚ ਜਾਏ। ਤੇ ਸਿੰਘਾਂ ਦਾ ਸੂਈਆ ਤੰਤਰ ਸੀ, 4 ਚਫੇਰੇ, ਭਾਵੇਂ ਉਹ ਕਿਸੇ ਭੇਖ 'ਚ ਵੀ ਸੀ, ਉਹਨਾਂ ਨੂੰ ਖਬਰ ਮਿਲ ਜਾਂਦੀ ਸੀ ਕਿ ਬਈ ਖਜ਼ਾਨਾ। ਉਹਨਾਂ ਨੂੰ ਇਹ ਹੁੰਦਾ ਸੀ ਵੀ ਇਕੱਲੇ ਨੂੰ ਲੁੱਟਣ ਕੋਲੋਂ ਇਹਨਾਂ ਦੇ ਉਹ ਇੱਕੋ ਹੀ ਖਜ਼ਾਨੇ ਨੂੰ ਹੀ ਹੱਥ ਫੇਰੋ। ਹਾਂਜੀ, ਉਹ ਫਿਰ ਇਸ ਤਰੀਕੇ ਨਾਲ ਜਿਹੜਾ ਹਾਲਾਂ ਉਹਦੀ ਸੁਰੱਖਿਆ 'ਚ ਬਹੁਤ ਵੱਡੀਆਂ ਗਾਰਦਾਂ ਤਾਇਨਾਤ ਹੁੰਦੀਆਂ ਸੀ। ਉਹ ਜਾ ਕੇ ਸਟ੍ਰਾਈਕ ਕਰਦੇ ਸੀ, ਚੋਂ ਲੈ ਜਾਂਦੇ ਸੀ ਖੋ ਕੇ, ਜਿੰਨਾ ਕੁ ਵੀ ਉਹਨਾਂ ਦੇ ਹੱਥ ਆਇਆ ਉਹਨਾਂ ਨਾਲ ਹੀ ਹਥਿਆਰ ਖਰੀਦਦੇ ਸੀ, ਉਹਨਾਂ ਨਾਲ ਹੀ ਆਪਣੀਆਂ ਲੋੜਾਂ ਪੂਰੀਆਂ ਕਰਦੇ ਸੀ। ਵੱਧ ਤੋਂ ਵੱਧ ਕਛਹਿਰੇ ਸਵਾਉਂਦੇ ਹੋਣਗੇ ਉਹਨਾਂ ਵਿਚਾਰਿਆਂ ਦਾ, ਹੋਰ ਹੈ ਵੀ ਕੀ ਸੀ। ਦੇਖੋ ਨਾ, ਜਦੋਂ ਤੁਸੀਂ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਂਦੇ, ਉਹਨਾਂ ਨੇ ਕੋਈ ਮਹਿਲ ਤਾਂ ਨਹੀਂ ਸੀ ਬਣਾਉਣੇ। ਉਹਨਾਂ ਦਾ ਪਹਿਰਾਵਾ ਹੈ ਔਰ ਉਹਨਾਂ ਦਾ ਜਿਹੜਾ ਦੂਸਰਾ ਪਾਰਟ ਹੈ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਅੱਜ ਗੱਲ ਕਰਦੇ ਹਾਂ, ਬੈਂਕਾਂ ਦੇ ਵਿੱਚ ਕਿਹਨਾਂ ਦਾ ਪੈਸਾ ਹੈ? ਲੋਕਾਂ ਦਾ ਪੈਸਾ ਹੈ। ਬਿਲਕੁਲ। ਤੁਸੀਂ ਹਥਿਆਰਬੰਦ ਸੰਘਰਸ਼ ਚਲਾਉਣਾ ਹੈ, ਜੇ ਤੁਹਾਨੂੰ ਆਪਣੇ ਜਿਹੜੇ ਨੇ ਉਹਨਾਂ ਨੇ ਦੇਣੇ ਨਹੀਂ ਹੈ, ਉਹਨਾਂ ਕੋਲ ਹੈ ਵੀ ਨਹੀਂ ਹੈ, ਜੇ ਥੋੜੇ ਬਹੁਤ ਕੋਲ ਨੇ ਉਹਨਾਂ ਤੋਂ ਲੈ ਲੈਂਦੇ ਸੀ। ਬੈਂਕ ਇੱਕ ਹੈ ਔਰ ਉਹਦੇ 'ਚ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਭਾਈ ਅਸੀਂ ਜਿਹੜਾ ਉਹ ਘੱਟ ਤੋਂ ਘੱਟ ਕਿਸੇ ਦਾ ਜਾਨੀ ਨੁਕਸਾਨ ਹੋਏ। ਤੇ ਉਹਨਾਂ ਦੀ ਧਾਕ ਇੰਨੀ ਕੁ ਬਹਿ ਗਈ ਸੀ, ਕਦੇ ਵੀ ਐਸਾ ਨਹੀਂ ਹੋਇਆ ਵੀ ਜਿੰਦੇ ਸੁੱਖੇ ਉਹਨਾਂ ਨੇ ਕਿਤੇ ਬੈਂਕ ਆਪਰੇਟ ਕਰਨ ਗਏ ਨੇ ਕਿਸੇ ਨੂੰ ਮਾਰਿਆ ਹੋਇਆ। ਉਹ ਤਾਂ ਜਦੋਂ ਜਾ ਕੇ ਆਪਣਾ ਨਾਂ ਹੀ ਲੈਂਦੇ ਸੀ, ਉਹ ਤਾਂ ਜਿਹੜੇ ਨਹੀਂ ਵੀ ਮੰਗਦੇ ਸੀ ਉਹ ਵੀ ਲਿਆ ਕੇ ਅੰਦਰੋਂ ਦੇ ਦਿੰਦੇ ਸੀ। ਇਹ ਲਓ ਜੀ, ਹੱਥ ਜੋੜੇ ਹੁੰਦੇ ਸੀ ਉਹਨਾਂ ਨੇ ਕਿ ਭਾਈ। ਸੋ ਮਤਲਬ ਇਹ ਹੈ ਕਿ ਵੀ ਕਈ ਵਾਰ ਕੁਛ ਲੋਕ ਐਸੇ ਜ਼ਰੂਰ ਰਹਿਣਗੇ ਜਿਨ੍ਹਾਂ ਨੂੰ ਅੱਜ ਦੀ ਸਾਡੀ ਇਸ ਜਦੋਜਹਿਦ 'ਚੋਂ ਵੀ ਜਿਹੜਾ ਉਸ 'ਚੋਂ ਕੋਈ ਨਾ ਕੋਈ ਉਹ ਲੱਭ ਲੈਣਗੇ ਜੀ ਇਹ ਗੱਲ ਪੰਥਕ ਨਹੀਂ ਹੈ, ਇਹ ਸਿੱਖੀ ਨਹੀਂ ਹੈ, ਇਹ ਫਲਾਣਾ ਨਹੀਂ ਹੈ, ਇਹ ਦੂਜਾ। ਆਪ ਉਹਨਾਂ ਨੇ ਕੁਛ ਨਹੀਂ ਕਰਨਾ ਹੁੰਦਾ। ਉਹ ਆਪ ਉਹਨਾਂ ਦੀ ਜ਼ਿੰਦਗੀ 'ਚ ਵੀ ਤੁਸੀਂ ਜਾ ਕੇ ਉਹਨਾਂ ਦਾ ਆਪਣਾ ਰਹਿਣ ਸਹਿਣ ਦੇਖੋਗੇ ਤਾਂ ਉਹਦੇ 'ਚ ਤੁਹਾਨੂੰ ਕੋਈ ਪੰਥਕ ਨਜ਼ਰ ਨਹੀਂ ਆ ਰਿਹਾ ਹੁੰਦਾ ਕਿ ਭਾਈ ਉਹਨਾਂ ਨੇ ਕੁਛ ਇਸ ਕਿਸਮ ਦਾ ਕਰਨਾ। ਲੇਕਿਨ
ਇਹ ਇੰਨੇ ਵੱਡੇ ਨਾਇਕ ਜਦੋਂ ਅਸੀਂ ਸੰਘਰਸ਼ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਜਦੋਂ ਕਿਤੇ ਤਿੜਕਣਾ ਸ਼ੁਰੂ ਹੁੰਦਾ ਹੈ ਕੰਮ, ਉਦੋਂ ਫਿਰ ਤਿੜਕਦਾ ਚਲਾ ਜਾਂਦਾ ਔਰ ਉਹ ਫੇਜ਼ ਗਵਾਚ ਜਾਂਦਾ। ਜਿਵੇਂ ਉਦੋਂ ਵੀ 90s ਤੱਕ ਪਹੁੰਚਦੇ ਹਾਂ ਅਸੀਂ, ਆਪਣੀ ਮੰਜ਼ਿਲ ਦੇ ਕਰੀਬ ਆਏ, ਕਿਤੇ ਨਾ ਕਿਤੇ ਸਰਕਾਰੀ ਏਜੰਸੀਆਂ ਦੀ ਘੁਸਪੈਠ, ਸਾਡੇ ਖਾੜਕੂ ਸੰਘਰਸ਼ ਨੂੰ ਢਾਹ ਔਰ ਕੋਈ ਪੋਲੀਟੀਕਲ ਉੱਪਰ ਸਟਰਕਚਰ ਨਾ ਬਣਾ ਸਕਣਾ, ਇਹ ਫੇਲਿਅਰ ਸੀ। ਅੱਜ ਵੀ ਜਿਹੜੀ ਗੱਲ ਡਾਕਟਰ ਚੀਮਾ ਨੇ ਵੀ ਕਹੀ ਸਮਿਟ 'ਚ, ਦੂਸਰਿਆਂ ਨੇ, ਕਿ ਭਾਈ ਹੁਣ ਮੌਕਾ ਹੈ ਤੁਹਾਡੇ ਕੋਲ, ਦਸਤਕ ਦੇ ਰਿਹਾ ਖਾਲਿਸਤਾਨ ਕਰੀਬ ਹੈ, ਪੱਛਮੀ ਤਾਕਤਾਂ, ਅਮਰੀਕਾ, ਦੂਜੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਏਗਾ। ਪਰ ਉਹਨਾਂ ਨੇ ਕਿਹਾ ਵੀ ਜੇ ਕੱਲ੍ਹ ਸਟੇਟ ਡਿਪਾਰਟਮੈਂਟ ਤੁਹਾਨੂੰ ਸੱਦੇ ਕਿ ਭਾਈ ਉਹਨਾਂ ਨੇ ਗੱਲ ਕਰਨੀ ਹੈ ਖਾਲਿਸਤਾਨ ਦੇ ਮੁੱਦੇ ਤੇ ਜਾਂ ਦੂਸਰੇ, ਹੁਣ ਤੁਸੀਂ ਤਿਆਰੀ ਕਰੋਗੇ, ਤੁਹਾਡੇ ਕੋਲ ਕੋਈ ਸਟਰਕਚਰ ਹੋਏਗਾ ਤੇ ਤੁਸੀਂ ਉਸ ਨੂੰ ਅੱਗੇ ਤੋਰੋਗੇ ਕਿ ਭਾਈ ਇਸ ਵੇਲੇ ਸੀਰੀਅਸ ਕੰਮ, ਇਹ ਜਿਹੜੇ ਫੰਕਸ਼ਨਸ ਹੁੰਦੇ ਨੇ ਜਾਂ ਜਾਓ ਜਲਾਲ ਜਲੂਸ ਹੁੰਦੇ ਨੇ, ਇਹ ਤੁਹਾਡੀ ਤਾਕਤ ਦਾ ਪ੍ਰਗਟਾਵਾ ਹੁੰਦਾ, ਤੁਹਾਡੀ ਯਕਜ਼ਹਿਦੀ ਦਾ ਪ੍ਰਗਟਾਵਾ ਹੁੰਦਾ ਜੀ। ਸਾਰੀਆਂ ਧਿਰਾਂ ਆਈਆਂ, ਸ਼ਮੂਲੀਅਤ ਹੋਈ, ਮਤੇ ਪਾਸ ਕਰਨੇ ਵੀ ਉਸੇ ਲਾਈਨ ਦੇ ਉੱਤੇ ਹੁੰਦੇ ਨੇ। ਲੇਕਿਨ ਅਲਟੀਮੇਟਲੀ ਮੁਲਕ ਬਣਾਉਣ ਦੇ ਲਈ ਜਦੋਂ ਬਣ ਜਾਂਦਾ ਹੈ, ਉਸ ਦਾ ਤੁਹਾਡਾ ਨਿਜ਼ਾਮ ਕੀ ਹੋਏ, ਉਹਦੇ ਲਈ ਜਿਹੜਾ ਕੰਮ ਹੁੰਦਾ ਉਹ ਬਹੁਤ ਗੁਪਤ ਤੌਰ ਦੇ ਉੱਤੇ ਜਾਂ ਹਾਰਡ ਵਰਕ ਹੁੰਦਾ ਹੈ ਅਸਲ ਦੇ ਵਿੱਚ। ਸੋ ਇਹ ਜਿਹੜਾ ਮੈਸੇਜ ਮੈਨੂੰ ਲੱਗਾ ਕਿ ਭਾਈ ਅਸੀਂ ਕੱਲ੍ਹ ਸ਼ੇਅਰ ਨਹੀਂ ਸੀ ਕਰ ਸਕੇ, ਅੱਜ ਉਹਨੂੰ ਮੈਂ ਐਸ ਸੱਚ ਹੀ ਦੁਹਰਾਵਾਂਗਾ ਕਿਉਂਕਿ ਪੰਜਾਬੀ ਦੇ ਵਿੱਚ ਹੈ, ਲੇਕਿਨ ਮੈਨੂੰ ਜਿੱਥੇ ਲੱਗਾ ਵੀ ਨੁਕਤਾ ਜਿਹੜਾ ਉਸ ਨੂੰ ਇੰਟਰਪ੍ਰੇਟ ਕੀਤਾ ਜਾ ਸਕਦਾ, ਮੈਂ ਆਪਣੀ ਇਨਪੁਟ ਜ਼ਰੂਰ ਦਿਆਂਗਾ। ਉਹਨਾਂ ਨੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਭਾਈ ਜਿੰਦਾ ਸੁੱਖਾ ਵੱਲੋਂ ਪੰਥ ਦੇ ਨਾਂ ਲਿਖੀ ਚਿੱਠੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਹੈ, ਰਾਤ ਨੂੰ ਇਹ ਚਿੱਠੀ ਅਸੀਂ ਆਮੋ ਸਾਹਮਣੇ ਬੈਠ ਕੇ ਲਿਖ ਰਹੇ ਹਾਂ, ਆਪਣੀ ਕੌਮ ਨੂੰ ਯਾਦ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਵੇ। ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਸ਼ਸਤਰਧਾਰੀ ਹੋ ਕੇ ਖਾਲਸਾ ਪੰਥ ਦੀ ਸੇਵਾ ਕਰੇ। ਹੁਣ ਜਿਹੜੇ ਸਮਝਦੇ ਨੇ ਕਿ ਜੀ ਉਹ, ਔਰ ਜਦੋਂ ਮੈਂ ਓਪਨਿੰਗ ਔਰ ਕਲੋਜ਼ਿੰਗ ਦੋਨੋਂ ਹੀ ਕਾਮੈਂਟ ਦਿੱਤੇ ਔਰ ਸਪੀਕਰ ਦੀ ਕੁਰਸੀ ਤੇ ਸਾਹਮਣੇ 3 ਫੁੱਟੀ ਸ੍ਰੀ ਸਾਹਿਬ ਸੀ ਔਰ ਮੈਂ, ਹਾਲਾਂ ਮੈਨੂੰ ਬਾਅਦ ਚ ਵੀਰ ਨੇ ਕਿਹਾ, ਕਹਿਣ ਲੱਗਿਆ ਜੀ ਗੱਲ ਤਾਂ ਜਮਹੂਰੀਅਤ ਲੋਕਤੰਤਰ ਦੀ ਹੋ ਰਹੀ ਸੀ, ਤੁਸੀਂ ਜ਼ਿਆਦਾ ਜ਼ੋਰ ਹਥਿਆਰ ਔਰ ਤਲਵਾਰ ਔਰ ਇਹਦੇ ਤੇ ਦਿੱਤਾ। ਮੈਂ ਕਿਹਾ ਇਹੀ ਯਾਦ ਦਹਾਨੀ ਕਰਵਾਉਣ ਲਈ ਕਿ ਠੀਕ ਹੈ, ਇਹ ਆਪਣੀ ਥਾਂ ਇਹਨਾਂ ਚੀਜ਼ਾਂ ਦੀ ਅਹਿਮੀਅਤ ਹੈ, ਪਰ ਅਲਟੀਮੇਟਲੀ ਗੁਰੂ ਸਾਹਿਬ ਦਾ ਇਹ ਫਰਮਾਨ ਸਾਨੂੰ ਯਾਦ ਰੱਖਣ ਦੀ ਲੋੜ ਹੈ। ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼, ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਪਾਵਰ ਅਲਟੀਮੇਟਲੀ ਉਹ ਵਕਤ ਆਉਣਾ ਜਦੋਂ ਸਾਨੂੰ ਹੱਥੋਂ ਹੱਥ ਲੜਾਈ ਵੀ ਲੜਨੀ ਪੈਣੀ ਹੈ। ਇਹ ਮਕਾਰ ਔਰ ਜ਼ਾਲਮ ਦੁਸ਼ਮਣ ਜਿਹੜਾ ਹਿੰਦੂਤਵੀ ਹੈ, ਇਹਨੇ ਸਾਨੂੰ ਇਵੇਂ ਨਹੀਂ ਛੱਡਣਾ ਹੈ ਜਿਵੇਂ ਇੱਕ ਤਬਕਾ ਸੋਚਦਾ ਹੈ ਕਿ ਜੀ ਇਹ ਜਿਵੇਂ ਪਲੈਟਰ ਤੇ ਰੱਖ ਕੇ ਦੇ ਦੇਣਗੇ। ਸੋ ਇਹ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸੁੱਖਾ, ਜਦੋਂ ਕਿ ਈਵਨ ਆਰਮਡ ਸਟਰਗਲ ਦਾ ਜਿਹੜਾ ਉਹ ਡਿਕਲਾਈਨ ਸ਼ੁਰੂ ਹੋ ਗਿਆ, ਕਿਉਂਕਿ ਫਰਵਰੀ ਦੇ ਮਹੀਨੇ ਤੋਂ ਬਾਅਦ ਹੀ ਬੁੱਚੜ ਬੇਨਤੇ ਔਰ KP ਗਿੱਲ ਨੇ ਆਪਣੀ ਸ਼ਰਾਰਤ ਔਰ ਆਪਣਾ ਕਿਲਿੰਗ ਸਪਰੀ ਸ਼ੁਰੂ ਕਰ ਦਿੱਤੀ ਸੀ। ਹੁਣ ਉਹ ਕਹਿੰਦੇ ਨੇ ਕਿ ਆਪਣੀ ਕੌਮ ਨੂੰ ਯਾਦ ਕਰ ਰਹੇ ਹਾਂ, ਅਸੀਂ ਚਾਹੁੰਦੇ ਹਾਂ ਹਰ ਸਿੱਖ ਅੰਮ੍ਰਿਤਧਾਰੀ ਹੋਵੇ, ਸ਼ਸਤਰਧਾਰੀ ਹੋ ਕੇ ਖਾਲਸਾ ਪੰਥ ਦੀ ਸੇਵਾ ਕਰੇ, ਆਪਣੀ ਸਾਰੀ ਸਰੀਰਕ ਤੇ ਰੂਹਾਨੀ ਸ਼ਕਤੀ ਨੂੰ ਦਿੱਲੀ ਦਰਬਾਰ ਵਿਰੋਧ ਕੇਂਦਰਿਤ ਕਰਕੇ ਆਪਣੀ ਰਾਜਸੀ ਚੇਤਨਾ ਨੂੰ ਇੱਕ ਬੁਲੰਦੀ ਤੇ ਪਹੁੰਚਾ ਕੇ ਸਾਰਾ ਸੰਸਾਰ ਖਾਲਸਾ ਪੰਥ ਅਤੇ ਅਕਾਲ ਤਖਤ ਤੋਂ ਅਗਵਾਈ ਲੈਣ ਲਈ ਬੇਬਲ ਅਤੇ ਉਤਾਵਲਾ ਹੋ ਉੱਠੇ। ਹੁਣ ਇੱਕ ਫਿਕਰੇ 'ਚ ਹੀ ਉਹਨਾਂ ਨੇ ਸਾਰਾ ਜਿਹੜੀ ਖਾਲਸਾਈ ਫਿਲਾਸਫੀ ਆ ਉਹਨੂੰ ਬਿਆਨ ਕੀਤਾ ਕਿ ਭਾਈ ਤੁਹਾਡੀ ਇੱਕ ਸਰੀਰਕ ਤਾਕਤ ਹੈ, ਇੱਕ ਰੂਹਾਨੀ ਤਾਕਤ ਹੈ, ਉਸ ਚੋਂ ਪਹਿਲਾਂ ਪੋਲੀਟੀਕਲ ਅਵੇਅਰਨੈਸ ਪੈਦਾ ਕਰੋ, ਰਾਜਸੀ ਚੇਤਨਾ। ਆਪਣੇ ਆਲੇ ਦੁਆਲੇ ਦੇਖੋ ਵਾਪਰ ਕੀ ਰਿਹਾ, ਕਸ਼ਮੀਰ 'ਚ ਕੀ ਵਾਪਰ ਰਿਹਾ, ਨਾਗਾਲੈਂਡ 'ਚ ਕੀ, ਅੱਜ ਦੇ ਕੰਟੈਕਸਟ ਮਿਡਲ ਈਸਟ ਕੀ ਹੈ, ਕੈਨੇਡਾ 'ਚ ਕੀ ਹੋਇਆ। ਇਹ ਹੈ ਰਾਜਸੀ ਚੇਤਨਾ ਕਿ ਵੀ ਤੁਸੀਂ ਆਪਣੀ ਉਸ ਤਾਕਤ ਨੂੰ ਰੂਹਾਨੀਅਤ ਦੇ ਨਾਲ ਜੋੜ ਕੇ ਫਿਰ ਉਹਨੂੰ ਕੇਂਦਰਿਤ ਕਰੋ। ਐਨਮੀ ਪਛਾਣੋ ਕਿ ਦਿੱਲੀ ਦਰਬਾਰ ਹੈ, ਇਸ ਬਾਰੇ ਕੋਈ ਭੁਲੇਖਾ ਨਾ ਹੋਏ, ਉਹ ਕੇਂਦਰਿਤ ਹੋਏ, ਫਿਰ ਜਿਹੜਾ ਉਹਨੂੰ ਇੱਕ ਬੁਲੰਦੀ ਤੇ ਪਹੁੰਚਾ ਕੇ ਤੇ ਅਲਟੀਮੇਟਲੀ ਅਕਾਲ ਪੁਰਖ ਤੇ ਅਕਾਲ ਤਖਤ ਦੀ ਅਗਵਾਈ। ਇਹ ਹੈ ਕਿ ਜਿਹੜਾ ਇੱਕ ਡਿਸਪਲਨ ਤਾਂ ਤਖਤ ਦੇ ਥੱਲੇ ਹੈ,
ਔਰ ਫਿਰ ਤੁਸੀਂ ਜਿਹੜਾ ਹੈ ਇਸ ਦੇ ਲਈ ਤੁਹਾਡੇ ਅੰਦਰ ਬੇਬਲਤਾ ਹੋਏ, ਉਤਾਵਲਾਪਨ ਹੋਏ ਕਿ ਵੀ ਅਸੀਂ ਕਿਸ ਉਦਮ ਤੇ ਰਾਜ ਮਿਲਿਆ, ਤੁਸੀਂ ਉਸ ਪਾਸੇ ਜਿਹੜਾ ਹੈ ਉਹ ਪੇਸ਼ਕਦਮੀ ਕਰਨੀ ਹੈ। ਬਿਲਕੁਲ। ਜੰਗੇ ਖਾਲਿਸਤਾਨ ਦੁਨੀਆ ਭਰ ਵਿੱਚ ਲੜੀਆਂ ਗਈਆਂ ਅਤੇ ਲੜੀਆਂ ਜਾ ਰਹੀਆਂ ਜੰਗਾਂ ਨਾਲੋਂ ਭਿੰਨ ਹੈ, ਕਿਉਂਕਿ ਜਿੱਥੇ ਦੂਸਰੀਆਂ ਜਦੋਜਹਿਦਾਂ ਦਾ ਆਧਾਰ ਦੁਨਿਆਵੀ ਕੀਮਤਾਂ ਹਨ, ਉੱਥੇ ਸਾਡੀ ਜੰਗ ਦਾ ਆਧਾਰ ਸੱਚ ਅਤੇ ਮਨੁੱਖਤਾ ਦੀ ਬੰਦ ਖਲਾਸੀ ਹੈ। ਉਹ ਕਿਹਾ ਜੀ ਜੰਗਾਂ ਪਹਿਲਾਂ ਵੀ ਆਜ਼ਾਦੀ ਲਈ ਲੋਕਾਂ ਨੇ ਲੜੀਆਂ, ਅੱਜ ਵੀ ਲੜੀਆਂ, ਕੱਲ੍ਹ ਨੂੰ ਵੀ ਲੜਨਗੇ, ਲੇਕਿਨ ਸਾਡਾ ਜਿਹੜੀ ਜੰਗ ਹੈ ਉਹਨਾਂ ਨੇ ਉਹਦਾ ਨਾਂ ਹੀ ਜੰਗੇ ਖਾਲਿਸਤਾਨ ਦਿੱਤਾ। ਇਹ ਲਫ਼ਜ਼ ਬਹੁਤਿਆਂ ਨੇ ਇਸਤੇਮਾਲ ਨਹੀਂ ਕੀਤਾ, ਤੁਸੀਂ ਵੀ ਯਾਦ ਰੱਖਿਓ ਇਹਨੂੰ। ਅਸੀਂ ਜੰਗੇ ਖਾਲਿਸਤਾਨ ਜਿੰਦਾ ਸੁੱਖਾ ਦੇ ਲਫ਼ਜ਼ ਨੇ ਕਿ ਇਹ ਜਿਹੜਾ ਜੰਗੇ ਖਾਲਿਸਤਾਨ ਹੈ, ਬਾਕੀ ਲੜਾਈਆਂ ਜਿਹੜੀਆਂ ਲੜੀਆਂ ਗਈਆਂ ਜਾਂ ਲੜੀਆਂ ਜਾ ਰਹੀਆਂ ਨੇ ਉਹਨਾਂ ਤੋਂ ਭਿੰਨ ਨੇ, ਕਿਉਂਕਿ ਦੂਸਰੀਆਂ ਲੜਾਈਆਂ ਦੁਨਿਆਵੀ ਤੌਰ ਦੇ ਉੱਤੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਨੇ, ਪਰ ਸਾਡਾ ਆਧਾਰ ਤਾਂ ਜੰਗ ਦਾ ਸੱਚ ਹੈ ਤੇ ਇਨਸਾਨੀਅਤ ਦੀ ਬੰਦ ਖਲਾਸੀ। ਇਹ ਹੈ ਆਈਡੀਅਲ ਜਿਸ ਤੱਕ ਕਿ ਸਾਡੇ ਯੋਧੇ ਪਹੁੰਚੇ ਹੋਏ ਨੇ। ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਇਹ ਧਰਮ ਦੇ ਰਸਤੇ ਤੇ ਤੁਰਨ ਵਾਲਾ ਸੰਘਰਸ਼ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਂਦੇ ਹਾਂ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ ਹੈ ਕਿ ਉਸ ਰੰਗ ਵਿੱਚ ਰੰਗੇ ਹੋਏ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਹਾਰਾ ਲੈ ਕੇ ਸਾਨੂੰ ਬਹੁਤ ਪਿਆਰੇ ਹਨ ਉਹ ਸਿੱਖੀ ਸਿਧਾਂਤ ਜਿਨ੍ਹਾਂ ਕਾਰਨ ਅਸੀਂ ਧਰਮ ਯੁੱਧ ਆਰੰਭਿਆ ਸੀ, ਕਿਉਂਕਿ ਸਾਡਾ ਪਿਆਰ ਆਪਣੇ ਪ੍ਰਿੰਸੀਪਲਸ ਨਾਲ ਹੈ। ਅਸੀਂ ਧਰਮ ਨੂੰ ਹਰਾ ਕੇ ਕੋਈ ਵੀ ਦੁਨਿਆਵੀ ਪਾਤਸ਼ਾਹੀ ਹਾਸਲ ਨਹੀਂ ਕਰਨਾ ਚਾਹੁੰਦੇ। ਐਸਾ ਕੋਈ ਵੀ ਖਾਲਿਸਤਾਨ ਸਿੱਖਾਂ ਲਈ ਘਾਤਕ ਹੋਵੇਗਾ ਜੋ ਧਾਰਮਿਕ ਰੰਗ ਤੋਂ ਸਖਣਾ ਹੋਵੇ ਅਤੇ ਜਿਸ ਦੀ ਪ੍ਰਾਪਤੀ ਲਈ ਧਰਮ ਨੂੰ ਵਿਸਾਰਿਆ ਗਿਆ ਹੋਵੇ। ਕਿ ਜੇ ਖਾਲਿਸਤਾਨ ਸਾਨੂੰ ਮਿਲਦਾ ਹੈ ਪਰ ਧਾਰਮਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਹਰਾਸ ਹੁੰਦਾ ਹੈ, ਤੇ ਸਾਨੂੰ ਇਹੋ ਜਿਹਾ ਖਾਲਿਸਤਾਨ ਨਹੀਂ ਚਾਹੀਦਾ, ਕਿਉਂਕਿ ਸਾਡੀ ਇਹ ਲੜਾਈ ਜੰਗੇ ਖਾਲਿਸਤਾਨ ਜਿਹੜੀ ਹੈ ਧਰਮ ਤੇ ਮਨੁੱਖਤਾ ਦੀ, ਧਰਮ ਲਈ ਔਰ ਮਨੁੱਖਤਾ ਦੀ ਬੰਦ ਖਲਾਸੀ ਲਈ। ਪਿਛਲੇ 500 ਸਾਲ ਦੇ ਤਜਰਬੇ ਨੇ ਸਿੱਖਾਂ ਨੂੰ ਮਹਿਸੂਸ ਕਰਵਾ ਦਿੱਤਾ ਹੈ ਕਿ ਧਾਰਮਿਕ ਰਹਿਣ ਲਈ, ਧਾਰਮਿਕ ਸਿੱਖਿਆਵਾਂ ਨੂੰ ਫੈਲਾਉਣ ਲਈ ਸਾਨੂੰ ਧਰਤੀ ਦੇ ਇੱਕ ਅਜਿਹੇ ਹਿੱਸੇ ਦੀ ਜ਼ਰੂਰਤ ਹੈ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਇਹ ਹੁਣ ਉਹਨਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਨੇ ਜੀ ਸਾਰੀ ਦੁਨੀਆ ਨੂੰ ਹੀ ਅਸੀਂ ਖਾਲਿਸਤਾਨ ਬਣਾ ਦੇਣਾ ਜੀ, ਰਾਜ ਕਰੇਗਾ ਖਾਲਸਾ ਦਾ ਮਤਲਬ, ਖਾਲਸਾ ਦਾ ਮਤਲਬ ਪਿਓਰ ਦਾ ਰਾਜ। ਇਹ ਕੋਈ ਇੱਕ ਖਿੱਤੇ ਦੀ ਗੱਲ ਥੋੜੀ ਹੈ। ਸਾਰੀ ਦੁਨੀਆ ਸਭ ਰਾਜ ਸ੍ਰਿਸ਼ਟ ਕਰ ਲਏ, ਅਸੀਂ ਏਡੇ ਬ੍ਰਹਮ ਗਿਆਨੀ ਬਣ ਜਾਈਏ ਕਿ ਸਾਰੀ ਦੁਨੀਆ ਦਾ ਰਾਜ ਸਾਡਾ। ਉਹਨੂੰ ਜਿੰਦਾ ਸੁੱਖਾ ਯਾਦ ਦਹਾਨੀ ਕਰਵਾਉਂਦੇ ਨੇ ਕਿ ਸਾਨੂੰ ਇੱਕ ਧਰਤੀ ਦਾ ਛੋਟਾ ਖਿੱਤਾ ਕਿਉਂ ਚਾਹੀਦਾ। ਮੈਂ ਇਸ ਨੂੰ ਫਿਰ ਪੜ੍ਹਨਾ ਚਾਹੁੰਦਾ ਕਿ ਇਹ ਪਿਛਲੇ 500 ਸਾਲਾਂ ਦੇ ਤਜਰਬੇ ਨੇ ਸਿੱਖਾਂ ਨੂੰ ਮਹਿਸੂਸ ਕਰਾ ਦਿੱਤਾ ਹੈ ਕਿ ਧਾਰਮਿਕ ਰਹਿਣ ਲਈ ਅਤੇ ਧਾਰਮਿਕ ਸਿੱਖਿਆਵਾਂ ਨੂੰ ਫੈਲਾਉਣ ਲਈ ਸਾਨੂੰ ਧਰਤੀ ਦੇ ਇੱਕ ਅਜਿਹੇ ਹਿੱਸੇ ਦੀ ਜ਼ਰੂਰਤ ਹੈ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਦਿੱਲੀ ਦਰਬਾਰ 1710 ਨੇਸਤੋ ਨਾਬੂਦ ਕਰ ਦਿਓ ਸਿੱਖਾਂ ਦਾ ਬੀਜਨਾਸ। ਜੂਨ 84 ਅਨਡਿਕਲੇਅਰਡ ਟੋਟਲ ਵਾਰ, ਸਿੱਖਾਂ ਦਾ ਸਰਵਨਾਸ਼, ਜੈਨੋਸਾਈਡ। ਹੁਣ ਇਹ ਜਦੋਂ ਕਹਿੰਦੇ ਨੇ ਕਿ 500 ਸਾਲ ਦੇ ਤਜਰਬੇ ਨੇ, ਮੁਗਲ, ਅਫਗਾਨ, ਅੰਗਰੇਜ਼, ਹਿੰਦੂ, ਇਹ ਸਾਨੂੰ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਜੇ ਅਸੀਂ ਧਰਮ ਨੂੰ ਫੈਲਾਉਣਾ ਹੈ, ਸਾਡੀਆਂ ਜੜ੍ਹਾਂ ਲੱਗਣੀਆਂ ਨੇ, ਤੇ ਸਾਨੂੰ ਧਰਤੀ ਦੇ ਇੱਕ ਖਿੱਤੇ ਦੀ ਲੋੜ ਹੈ ਕਿ ਅਸੀਂ ਜਿੱਥੇ ਸਾਡੀਆਂ ਜੜ੍ਹਾਂ ਫੈਲ ਸਕਣ। ਸਾਰਿਆਂ ਨੂੰ ਪਤਾ ਹੈ ਕਿ 1947 ਤੋਂ ਪਹਿਲਾਂ ਅਤੇ ਬਾਅਦ ਵਿੱਚ ਧਰਮ ਯੁੱਧ ਮੋਰਚੇ ਤੱਕ ਅਸੀਂ ਸ਼ਾਂਤਮਈ ਸੰਘਰਸ਼ ਦੀਆਂ ਉਹ ਸਿਖਰਾਂ ਛੂਹੀਆਂ ਹਨ ਜੋ ਸਮੁੱਚੀ ਮਾਨਵਤਾ ਦੀਆਂ ਕਦਰਾਂ ਕੀਮਤਾਂ ਦੇ ਇਤਿਹਾਸ ਦਾ ਸੁਨਹਿਰੀ ਅੰਗ ਹਨ। ਪਰ ਜਦੋਂ ਕੋਈ ਸੱਤਾ ਦੇ ਨਸ਼ੇ ਵਿੱਚ ਅੰਨਾ ਤੇ ਬੋਲਾ ਹੋ ਜਾਂਦਾ ਹੈ, ਉਸ ਵਕਤ ਸੰਘਰਸ਼ ਜ਼ਰੂਰੀ ਹੈ ਅਤੇ ਪਵਿੱਤਰ ਹੋ ਜਾਂਦਾ ਹੈ। ਖਾਲਸਾ ਸੰਘਰਸ਼ ਉਦੋਂ ਹੀ ਕਰਦਾ ਹੈ ਜਦੋਂ ਹੋਰ ਹੀਲੇ ਨਿਸਫਲ ਹੋ ਜਾਂਦੇ ਹਨ, ਜਿਵੇਂ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਾ, ਕਿ ਅਸੀਂ ਸ਼ਾਂਤਮਈ ਵੀ ਸੰਘਰਸ਼ ਸਿਖਰਾਂ ਤੱਕ ਪਹੁੰਚਾਇਆ, ਪਰ ਜਦੋਂ ਉਹ ਸਾਰੇ ਰਸਤੇ ਜਿਹੜੇ ਨੇ ਨਾਕਾਮਯਾਬ ਹੋਣ, ਫਿਰ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਸ਼ਮਸ਼ੀਰ ਨੂੰ ਹੱਥ 'ਚ ਲੈ ਕੇ ਹਥਿਆਰਬੰਦ ਸੰਘਰਸ਼ ਕਰਨਾ ਆਪਣੇ ਹੱਕਾਂ ਲਈ, ਇਹ ਹੱਕ ਬਨਾਜ਼ਬ ਹੈ। ਬਿਲਕੁਲ। ਅੱਜ ਖਾਲਸਾ ਪੰਥ ਦੇ ਸਾਹਮਣੇ ਵਿਚਾਰ ਦਾ ਨੁਕਤਾ ਇਹ ਨਹੀਂ
ਕਿ ਖਾੜਕੂ ਸੰਘਰਸ਼ ਲੜਿਆ ਜਾਏ ਜਾਂ ਸ਼ਾਂਤਮਈ। ਸਾਡੀ ਵਿਚਾਰ ਸ਼ਕਤੀ ਇਸ ਨੁਕਤੇ ਤੇ ਕੇਂਦਰਿਤ ਹੋਣੀ ਚਾਹੀਦੀ ਹੈ ਕਿ ਖਾੜਕੂ ਸੰਘਰਸ਼ ਵੱਡੇ ਅਸੂਲਾਂ ਅਤੇ ਇਲਾਹੀ ਕਦਰਾਂ ਕੀਮਤਾਂ ਅਧੀਨ ਹੀ ਲੜੇ ਜਾਣ ਅਤੇ ਤਲਵਾਰ ਦੁੱਖ ਦੇਣ ਲਈ ਨਹੀਂ ਸਗੋਂ ਸੁੱਖ ਲਿਆਉਣ ਲਈ ਉਠਾਉਣੀ ਚਾਹੀਦੀ ਹੈ। ਹੁਣ ਇਹ ਜਿੱਥੇ ਲੈਪਸ ਹੋ ਰਿਹਾ ਹੈ ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਹੁਣ ਇਹ ਨਹੀਂ ਹੈ ਬਹਿਸ ਕਿ ਜੀ ਸ਼ਾਂਤਮਈ ਹੋ, ਤਾਂ ਸਾਨੂੰ ਗੁਰੂ ਨੇ ਹੀ ਕਿਹਾ ਕਿ ਤਲਵਾਰ ਤੁਸੀਂ ਚੁੱਕਣੀ ਹੈ ਜਦੋਂ ਬਾਕੀ ਰਸਤੇ ਵਿਫਲ ਹੁੰਦੇ ਨੇ। ਪਰ ਹੁਣ ਇਹ ਦੇਖਣ ਵਾਲਾ ਗੱਲ ਹੈ ਵੀ ਜਿਹੜੇ ਜਦੋਂ ਅਸੀਂ ਇਲਾਹੀ ਕਦਰਾਂ ਕੀਮਤਾਂ ਦੇ ਲਈ ਇਸ ਤਲਵਾਰ ਨੂੰ ਚੁੱਕਦੇ ਹਾਂ ਤੇ ਕੀ ਇਹ ਤਲਵਾਰ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੀ ਸਾਡੀ? ਕੀ ਸੱਚਮੁੱਚ ਸੁੱਖ ਲਿਆਉਣ ਲਈ ਹੈ? ਔਰ ਮੈਂ ਉਸ ਪਲੇਟਫਾਰਮ ਤੋਂ ਜਦੋਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੁਹਰਾਇਆ ਤੇ ਇਹ ਹੈ ਹੀ ਇਹ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਖਗ ਖੰਡ ਬਿਹੰਡੰ ਖਲਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ। ਇੱਕ ਤਲਵਾਰ ਦੀ ਗੱਲ ਹੈ ਕਿ ਸੰਤਾਂ ਨੂੰ ਸੁਖ ਸੰਤਾ ਕਰਣੰ ਕਿਲਬਿਖ ਹਰਣੰ ਦੁਰਮਤ ਦਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰੰ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਸੁਖ ਸੰਤਾ ਕਰਣੰ ਤਲਵਾਰ ਇਸ ਲਈ ਚੁੱਕਣੀ ਹੈ ਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ, ਕਿ ਭਲੇ ਲੋਕਾਂ ਦਾ ਇਹੀ ਬੇਗਮਪੁਰਾ ਸ਼ਹਿਰ ਕੋ ਨਾਉ, ਇਹੀ ਨਾਨਕ ਰਾਜ ਚਲਾਇਆ, ਇਹੀ ਹੁਆ ਹਲੇਮੀ ਰਾਜ ਜਿਉ। ਕਿ ਇਹ ਜਿਹੜੀ ਤਲਵਾਰ ਹੈ ਇਹ ਅਸੀਂ ਜਿਹੜਾ ਹੈ ਉਹ ਸੁੱਖ ਦੇ ਲਈ ਜਿਹੜੀ ਹੈ ਦੇਣ ਲਈ ਇਨਸਾਨੀਅਤ ਨੂੰ ਚੁੱਕਣੀ ਹੈ, ਉਸ 'ਚੋਂ ਕਿਸੇ ਦਾ ਦੁੱਖ ਨਹੀਂ ਨਿਕਲਣਾ ਚਾਹੀਦਾ। ਬੰਦੂਕ ਸਦਾ ਹੀ ਫਲਸਫੇ ਦੇ ਅਧੀਨ ਚਾਹੀਦੀ ਹੈ। ਜੰਗਾਂ ਅਤੇ ਸ਼ਸਤਰਾਂ ਦਾ ਸਿੱਖਾਂ ਨਾਲ ਗਹਿਰਾ ਰਿਸ਼ਤਾ ਹੈ। ਕੋਈ ਇਹ ਕਹਿ ਜੀ ਨਾ ਨਹੀਂ ਹੁਣ ਤੋਪਾਂ ਦਾ ਜ਼ਮਾਨਾ, ਐਟਮ ਬੰਬ ਬਣ ਗਿਆ, ਹੁਣ ਨਹੀਂ। ਜੇ ਗਾਤਰੇ ਕਿਰਪਾਨ ਹੈ ਔਰ ਇਹ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਜੰਗ ਔਰ ਸਿੱਖ ਇਹ ਟੁਗੈਦਰ ਹੈ, ਕਿਉਂਕਿ ਜ਼ਾਤ ਪਾਤ ਸਿੰਘਨ ਕੀ ਦੰਗਾ ਦੰਗਾ ਹੀ ਇਨ ਗੁਰਤੇ ਮੰਗਾ। ਤਾਂ ਤੁਸੀਂ ਲੜੋ, ਦੰਗੇ ਦਾ ਮਤਲਬ ਦੰਗਾ ਫਸਾਦ ਨਹੀਂ, ਇਹ ਤਾਂ ਉਹਦਾ ਬਦਲਿਆ ਮਤਲਬ ਹੈ। ਮਤਲਬ ਸੀ ਫਾਈਟਿੰਗ ਵਿਦ ਵੈਪਨਸ, ਜਿਹੜੀ ਆ ਉਹਨਾਂ ਦੀ ਟ੍ਰੇਨਿੰਗ ਹੀ ਇਹ ਹੈ। ਜੰਗਾਂ ਅਤੇ ਸ਼ਸਤਰਾਂ ਦਾ ਸਿੱਖਾਂ ਨਾਲ ਗਹਿਰਾ ਰਿਸ਼ਤਾ ਹੈ। ਜੰਗ ਅਤੇ ਸ਼ਸਤਰ ਤੋਂ ਮੁਨਕਰ ਹੋਣ ਵਾਲਾ ਸਿੱਖ ਭਟਕ ਚੁੱਕਿਆ ਹੈ। ਜਿਹੜਾ ਲੜਨ ਤੋਂ ਡਰਦਾ ਹੈ ਤੇ ਸ਼ਸਤਰਾਂ ਨੂੰ ਜਿਹੜਾ ਹੈ ਉਹ ਉਹਨਾਂ ਤੋਂ ਪਰਹੇਜ਼ਗਾਰੀ ਰੱਖਦਾ ਹੈ, ਉਹ ਸਮਝੋ ਕਿ ਸਿੱਖੀ ਦੇ ਰਸਤੇ ਤੋਂ ਭਟਕ ਚੁੱਕਿਆ। ਮਨੁੱਖਾਂ ਦੀਆਂ ਸਮੂਹ ਕੌਮਾਂ ਅਤੇ ਜ਼ਾਤਾਂ ਨੂੰ ਇਹ ਧਰਮ ਯੁੱਧ ਸੱਚੋ ਸੱਚ ਦਾ ਹੋਕਾ ਦਿੰਦਾ ਹੈ ਅਤੇ ਉਹਨਾਂ ਦੀ ਆਤਮਾ ਨੂੰ ਵੰਗਾਰਦਾ ਹੈ ਤਾਂ ਜੋ ਮਨੁੱਖਤਾ ਆਪਣਾ ਮਾਰਗ ਪਛਾਣੇ। ਆਓ ਆਪਾਂ ਉਹਨਾਂ ਮਾਰਗਾਂ ਵੱਲ ਵਧੀਏ ਜਿਨ੍ਹਾਂ ਬਾਰੇ ਗੁਰਾਂ ਨੇ ਫਰਮਾਇਆ ਹੈ, ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ। ਕਿੰਨੇ ਫਖਰ ਵਾਲੀ ਗੱਲ ਹੈ ਕਿ ਸਾਨੂੰ ਮਨੁੱਖਾ ਜਨਮ ਨਸੀਬ ਹੋਇਆ, ਉਹ ਵੀ ਗੁਰੂਆਂ ਜੀ ਦੀ ਧਰਤੀ ਤੇ। ਬਿਲਕੁਲ। ਕਿੱਡੇ ਵਡਭਾਗੇ ਹਾਂ ਕਿ ਸਾਡੀ ਮਾਂ ਬੋਲੀ ਗੁਰਬਾਣੀ ਹੈ, ਜਿਸ ਰਾਹੀਂ ਗੁਰੂਆਂ ਨੇ ਮਨੁੱਖਤਾ ਨੂੰ ਉਪਦੇਸ਼ ਦਿੱਤਾ ਹੈ। ਜਦੋਂ ਸਿੱਖ ਆਪਣੇ ਵਿਰਸੇ ਤੇ ਧਰਮ ਨੂੰ ਥੋੜਾ ਜਿੰਨਾ ਵੀ ਸਮਝ ਲਵੇਗਾ, ਉਸ ਵਕਤ ਉਸ ਦੇ ਮਸਲੇ ਹੱਲ ਹੋ ਜਾਣਗੇ। ਅਸੀਂ ਜੁਝਾਰੂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸਹੀ ਰਾਹ ਨੂੰ ਪਛਾਣਨ ਅਤੇ ਭੂਤਕਾਲ ਦਾ ਮੁਲਾਂਕਣ ਕਰਕੇ ਸੁਨਹਿਰੀ ਭਵਿੱਖ ਦੀ ਉਸਾਰੀ ਲਈ ਹੋਰ ਸਰਗਰਮ ਹੋਣ। ਐਨਾਲਿਸਿਸ, ਆਪਾ ਪੜਚੋਲ ਕਿ ਜਿਸ ਫੇਜ਼ 'ਚੋਂ ਲੰਘੇ ਹੈ, ਕਿੱਥੇ ਗਲਤੀਆਂ ਹੋਈਆਂ, ਗੁਸਤਾਖੀਆਂ ਹੋਈਆਂ, ਕਿਹਨੂੰ ਅਸੀਂ ਇੰਪਰੂਵ ਕਰਨਾ ਹੈ, ਇਸ ਨੂੰ ਸੁਨਹਿਰੀ ਭਵਿੱਖ ਦੇ ਲਈ ਕਰਨ। ਅਸੀਂ ਅਸੂਲਾਂ ਲਈ ਉੱਚੇ ਇਖਲਾਕ ਦੀ ਲੜਾਈ ਲੜਨੀ ਹੈ। ਸਾਡੀ ਲੜਾਈ ਦੁਨਿਆਵੀ ਨਹੀਂ ਹੈ, ਉੱਚੇ ਇਖਲਾਕਾਂ ਵਾਲੀ ਹੈ। ਇਸ ਸਫ਼ਰ ਦੇ ਪਾਂਧਿਆਂ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦਾ ਕਿਰਦਾਰ ਬਹੁਤ ਉੱਚਾ ਹੋਏ। ਜਿਹਨੇ ਇਸ ਰਸਤੇ ਤੇ ਤੁਰਨਾ ਹੈ ਉਸ ਦਾ ਕਿਰਦਾਰ ਬਹੁਤ ਉੱਚਾ। ਕਿਸੇ ਦੁਸ਼ਟ ਦੋਖੀ ਨੂੰ ਸੋਧਣ ਦਾ ਹੱਕ ਉਸ ਗੁਰਮੁਖ ਨੂੰ ਹੀ ਹੈ ਜਿਸ ਦਾ ਆਪਣਾ ਜੀਵਨ ਇਖਲਾਕ ਉਸ ਦੁਸ਼ਟ ਤੋਂ ਬਹੁਤ ਉੱਚਾ ਹੋਏ। ਕਿ ਵੀ ਇਹ ਜੇ ਤੁਸੀਂ ਕਿਸੇ ਨੂੰ ਸਜ਼ਾ ਵੀ ਦੇਣੀ ਹੈ, ਪਰ ਜਿਹਨੂੰ ਤੁਸੀਂ ਦੇ ਰਹੇ ਹੋ ਪਰ ਤੁਸੀਂ ਦੇਖੋ ਤੁਹਾਡਾ ਜੀਵਨ, ਤੁਹਾਡਾ ਇਖਲਾਕ ਉਸ ਤੋਂ ਉੱਪਰ ਹੈ ਕਿ ਨਹੀਂ। ਇਹਨਾਂ ਲੀਹਾਂ ਤੇ ਤੁਰਦਿਆਂ ਹੀ ਸਤਿਗੁਰਾਂ
ਸਾਡੇ ਤੇ ਮਿਹਰ ਕਰਨੀ ਹੈ। ਹਰਜਿੰਦਰ ਸਿੰਘ, ਸੁਖਦੇਵ ਸਿੰਘ, ਪੂਨਾ ਜੇਲ੍ਹ। ਜੀ ਸੋ ਮੈਂ ਇਸ ਕੀ ਹੋਰ ਐਡ ਕਰ ਸਕਦਾ। ਸੋ ਨਾਈਸ ਜੀ ਡਾਕਟਰ ਸਾਹਿਬ। ਇਹ ਅੱਜ ਵੀ ਜੇ ਅਸੀਂ ਸੰਘਰਸ਼ ਨੂੰ ਵਾਪਸ ਲੀਹਾਂ ਤੇ ਲਿਆਉਣਾ ਹੈ, ਜੇ ਅਸੀਂ ਕੌਮੀ ਘਰ ਖਾਲਿਸਤਾਨ ਬਣਾਉਣਾ ਹੈ, ਤੇ ਇਹ ਸਾਡਾ ਜਿਹੜਾ ਕਨਸਟੀਟਿਊਸ਼ਨ ਵੀ ਹੈ, ਇਹ ਸਾਡਾ ਹਦਾਇਤਨਾਮਾ ਵੀ ਹੈ, ਬਿਲਕੁਲ। ਇਹ ਸਾਡੀ ਸ਼ਰ੍ਹਾ ਵੀ ਹੈ, ਇਹ ਸਾਡਾ ਇਖਲਾਕੀ ਕਾਨੂੰਨ ਵੀ ਹੈ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।